या आम ਜਿਹੜੇ ਵੋਟਰ ਵੀ ਸੀਗੇ ਉਹਨਾਂ 'ਚ ਵੀ ਕਿਤੇ ਮਨ 'ਚ ਕੁਐਸਚਨ ਹੈਗੇ ਕਿ ਕੀ ਬਸ ਸੰਯੁਕਤ ਸਮਾਜ ਮੋਰਚਾ ਹੁਣ ਖਤਮ, ਬਾਪ ਆਦਮੀ BAP ਜਿਹੜੀ ਪਾਰਟੀ ਬਣਾਈ ਸੀ ਉਹ ਖਤਮ, ਜਿਹੜਾ ਤਰੁਣਜਨ ਬਾਵਾ ਦੇ ਖੁਦ ਇੱਕ ਮਨ ਦੇ ਵਿੱਚ ਕੁਝ ਵਿਚਾਰ ਉੱਠੇ ਸੀ ਇਲੈਕਸ਼ਨ ਲੜਨ ਲਈ, ਸੋ ਹੁਣ ਇੱਕ ਦਿਲ ਦਾ ਕਹਿੰਦੇ ਸੀ ਨਾ ਰਾਂਝਾ ਪੂਰੀ ਹੋ ਗਿਆ, ਸੋ ਹੁਣ ਇਹ ਖਤਮ ਹੈ। ਮਿਸਟਰ ਇੰਡੀਆ ਦੇ ਵਿੱਚ ਅਨਿਲ ਕਪੂਰ ਦੇ ਕੋਲ ਇੱਕ ਘੜੀ ਸੀ ਜਿਹਦੇ ਨਾਲ ਉਹ ਗਾਇਬ ਹੋ ਜਾਂਦਾ ਸੀ ਜੀ, ਤੇ ਉਹ ਗੱਲਾਂ ਫਿਲਮਾਂ ਦੀਆਂ ਹੁੰਦੀਆਂ ਹਾਸੇ ਮਜ਼ਾਕ ਵਾਸਤੇ, ਤੇ ਨਾ ਤਾਂ ਮੈਂ ਕਿਤੇ ਕੋਈ ਗਾਇਬ ਹੋਇਆ ਨਾ ਮੇਰੇ ਕੋਲ ਕੋਈ ਮਿਸਟਰ ਇੰਡੀਆ ਦੀ ਕੋਈ ਘੜੀ ਹੈਗੀ ਹੈ। ਕਿਤੇ ਇਹ ਵੀ ਕਹਿ ਰਹੇ ਇਹਨਾਂ ਨੂੰ ਤਾਂ ਵੋਟਾਂ ਹੀ 4 ਜਾਂ 5000 ਪੈਣੀ ਹੈ, ਠੀਕ ਹੈ, ਤੁਸੀਂ ਕਹਿ ਰਹੇ ਹੋ ਮੈਨੂੰ ਰਿਸਪੌਂਸ ਬਹੁਤ ਜ਼ਿਆਦਾ ਆਇਆ। ਸੋ ਜੇ ਇੰਨੀਆਂ ਕੁ ਪੈਂਦੀਆਂ ਲੋਕੀ ਤਾਂ ਜਿਹੜੇ ਨਾਲ ਚੱਲੇ ਉਹ ਤਾਂ ਆਪਣਾ ਹਿਸਾਬ ਕਿਤਾਬ ਲੱਭ ਰਹੇ ਕਿ ਕਿਤੇ ਹੁਣ ਬਾਕੀਆਂ ਨਾਲ ਮੂੰਹ ਦਿਖਾਉਣਾ ਕਿੱਦਾਂ ਕਹਾਂਗੇ, ਕਿਹੜੇ ਮੂੰਹ ਨਾਲ ਕਹਾਂਗੇ ਤਰੁਣਜਨ ਬਾਵਾ ਦਾ ਅਸੀਂ ਸਪੋਰਟ ਕੀਤਾ ਸੀ। ਕੋਈ MLA ਬਣਨ ਦੀ ਚਾਹਤ ਨਾਲ ਜਾਂ ਕੋਈ ਮਿਨਿਸਟਰ ਬਣਨ ਦੀ ਚਾਹਤ ਨਾਲ ਮੈਂ ਨਹੀਂ ਆਇਆ। ਸਾਡੇ ਸੁਖ ਸਮਾਜ ਮੋਰਚੇ ਦਾ ਪਹਿਲੇ ਦਿਨ ਤੋਂ ਵਿਜ਼ਨ ਸੀਗਾ ਇੱਕ ਬਦਲਾਵ ਲੈ ਕੇ ਆਉਣਾ। ਮੈਂਬਰ ਆਫ ਪਾਰਲੀਮੈਂਟ ਵਾਸਤੇ ਜਿਹੜੇ ਸਾਡੇ ਇੰਡਸਟਰੀ ਦੇ ਜਿਹੜੇ ਸੀਨੀਅਰ ਲੋਕਾਂ ਦਾ ਨਾਲ ਦੇ ਨਾਮ ਦੀ ਚਰਚਾ ਆ ਸ਼ਹਿਰ ਦੇ ਵਿੱਚੋਂ ਦੀ ਉੱਠਣੀ ਸ਼ੁਰੂ ਹੋਈ ਹੈ। ਲੈ ਕੇ ਨਾ ਯੂ ਟਰਨ ਇਹੀ ਹੁੰਦਾ ਰਾਜਨੀਤੀ ਦੇ ਵਿੱਚ, ਬੰਦਾ ਕਹਿੰਦਾ ਸਰ ਤੁਸੀਂ ਇਹੋ ਜਿਹੇ ਬੰਦਿਆਂ ਦਾ ਨਾਮ ਲੈ ਰਹੇ ਹੋ, ਠੀਕ ਹੈ, ਉਹਨਾਂ ਦਾ ਆਪਣਾ ਇੱਕ ਸ਼ਹਿਰ ਦੇ ਵਿੱਚ ਸਟੇਟਸ ਹੈ, ਅਗਲੇ ਜੇ ਖੜਨਾ ਹੀ ਹੁੰਦਾ ਅਗਲੇ ਤੁਹਾਡੇ ਨਾਲ MLA 'ਚ ਨਾ ਖੜਦੇ। ਤੁਸੀਂ ਉਹਨੂੰ ਚੱਕ ਕੇ ਮੈਂਬਰ ਪਾਰਲੀਮੈਂਟ ਲਈ ਅਗਲਿਆਂ ਦਾ ਨਾਮ ਲੈ ਲਿਆ, ਤੁਸੀਂ ਹੁਣੇ ਮੰਨ ਗਏ, ਹੁਣੇ ਤੁਸੀਂ ਉਹਨਾਂ ਦਾ ਬੜਾ ਤਰੀਕੇ ਨਾਲ ਨਾਮ ਲੈ ਰਹੇ ਸੀ, ਹੁਣੇ ਤੁਸੀਂ ਕਹਿ ਤਾ ਨਹੀਂ ਜੀ ਅਸੀਂ ਤਾਂ ਇਹਨਾਂ ਦੇ ਨਾਮਾਂ ਦੀ ਚਰਚਾਵਾਂ ਸ਼ੁਰੂ ਹੋ ਗਈਆਂ। ਜਸਟ ਲਾਈਕ ਮੇਰੇ ਫਾਦਰ ਦੀ ਉਮਰ ਦੇ ਹੈਗੇ ਨੇ ਔਰ ਮੇਰੇ ਜਸਟ ਲਾਈਕ ਮੇਰੇ ਪਿਤਾ ਤੁੱਲੇ ਹੈਗੇ ਨੇ, ਤੇ ਰਲਨ ਸਾਹਿਬ ਹੋ ਗਏ, ਰਨੀਸ਼ ਅੰਕਲ ਹੋ ਗਏ ਜਾਂ ਅਜੀਤ ਲਾਖੜਾ ਜੀ ਹੋ ਗਏ, ਤੇ ਤਾਂ ਉਸਕੋ ਉਹਨਾਂ ਵਾਸਤੇ ਵੀ ਪ੍ਰਾਊਡ ਦੀ ਗੱਲ ਹੈਗੀ ਹੈ ਵੀ ਅਗਰ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਮ ਦੀ ਚਰਚਾ ਹੋ ਰਹੀ ਹੈ। ਕਹਿੰਦੇ ਨਾ ਪੰਜਾਬੀਆਂ 'ਚ ਇੱਕ ਟਸ਼ਨ ਹੁੰਦੀ ਹੈ, ਟਸ਼ਨ 'ਚ ਅਨਾਊਂਸਮੈਂਟ ਕਰਤੀ ਸੀ, ਹੁਣ ਚੁਣਾਵ ਵੀ ਲੜ ਲਿਆ, ਹੁਣ ਘਰੋਂ ਗਾਲਾਂ ਪੈ ਰਹੀਆਂ ਬਾਬਾ ਜੀ ਨੂੰ ਕਿ ਪਤਾ ਨਹੀਂ ਸਾਨੂੰ ਕਿੱਥੇ ਫਸਾ ਕੇ ਰੱਖਤਾ, ਮਜਬੂਰੀ 'ਚ ਸਾਥ ਵੀ ਦੇਣਾ ਪੈ ਗਿਆ, ਸਾਰੇ ਸ਼ਹਿਰ ਨਾਲ ਵਿਗਾੜ ਕੇ ਰੱਖਤੀ। ਤੋ ਇੱਕ ਟਾਈਮ ਇਹੋ ਜਿਹਾ ਵੀ ਆਇਆ ਸੀ ਜਿਸ ਦਿਨ ਅਮਿਤ ਸ਼ਾਹ ਜੀ ਲੁਧਿਆਣੇ ਆਏ ਸੀਗੇ, ਤੇ ਇਹੋ ਜਿਹੀਆਂ ਵੀ ਗੱਲਾਂ ਹੋ ਰਹੀਆਂ ਸੀ ਕਿ ਬਸ ਈਵਨ ਸੱਟੇ ਬਾਜ਼ਾਰ 'ਚ ਵੀ ਸੱਟਾ ਲੱਗ ਗਿਆ ਸੀ ਕਹਿਣ ਨੂੰ ਗੱਲਾਂ 'ਚ ਕਿ ਬਸ ਹੁਣ 10 ਮਿੰਟ ਬਾਅਦ ਖਬਰ ਆਈ ਕਿ ਤਰੁਣਜਨ ਬਾਵਾ BJP 'ਚ ਜੁਆਇਨ ਹੋ ਗਿਆ। ਔਰ ਕਹਿੰਦੇ ਮਤਲਬ ਹਾਲਾਤ ਇੱਦਾਂ ਦੇ ਹੋ ਗਏ ਸੀ ਕਿ ਤਰੁਣਜਨ ਬਾਵਾ ਮਿੰਨਤਾਂ ਕਰਦਾ ਪਿਆ ਸੀਗਾ ਕਿ ਅਲੱਗ-ਅਲੱਗ BJP ਦੇ ਨੇਤਾਵਾਂ ਨੂੰ ਕਿ ਭਾਈ ਮੈਨੂੰ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਸ਼ਾਮਲ ਕਰਾ ਲਓ, ਮੇਰੀ ਇੱਜ਼ਤ ਬਚ ਜੂਗੀ। ਅਕਾਲੀ BJP ਔਰ ਕਾਂਗਰਸ ਨੇ ਰਾਜ ਕੀਤਾ ਨਾ, ਤੇ ਇਹਨਾਂ ਨੂੰ ਪੁੱਛੋ ਨਾ ਵੀ ਅੱਜ ਵੀ ਖਾਲਿਸਤਾਨ ਦੇ ਨਾਰੇ ਕਿਉਂ ਲੱਗ ਰਹੇ ਆ, ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਕਿਸੇ ਨੂੰ ਤਕਲੀਫ ਹੈ। ਆ ਇੱਕ ਜਦੋਂ ਬੰਦੇ ਨੂੰ ਗੁੱਸਾ ਆਇਆ ਹੁੰਦਾ ਨਾ ਤੇ ਉਹ ਨਾਰੇ ਮਾਰਦਾ। ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਸੋ ਦੋਸਤੋ ਜਿੱਦਾਂ ਜਿਹੜਾ ਕਾਊਂਟਿੰਗ ਡੇਟ 10 ਮਾਰਚ ਨਜ਼ਦੀਕ ਆਉਂਦੀ ਜਾ ਰਹੀ ਹੈ, ਉੱਦਾਂ ਪੰਜਾਬ ਦੀ ਰਾਜਨੀਤੀ ਦੀ ਕਿਹਦੀ ਸੱਤਾ ਹੋਏਗੀ ਇਸ ਨੂੰ ਲੈ ਕੇ ਬੜੇ ਜਿਹੜੇ ਹੈਗੇ ਕਿਆਸ ਲਗਾਏ ਜਾ ਰਹੇ ਆ, ਕਿਹਨੂੰ ਸੱਤਾ ਮਿਲੇਗੀ, ਕਿਹੜੇ ਸੱਤਾ 'ਚ ਕੌਣ ਆਏਗਾ, ਹੰਗ ਆਏਗਾ, ਕਿਸੇ ਇੱਕ ਪਾਰਟੀ ਦਾ ਰਾਜ ਹੋਏਗਾ, ਬੜੇ ਸਾਰੀਆਂ ਚੀਜ਼ਾਂ ਚੱਲ ਰਹੀਆਂ। ਸੋ ਇਹ ਸਾਰਿਆਂ ਦੇ ਵਿੱਚ ਇੱਕ ਜਿਹੜੇ ਲੁਧਿਆਣਾ ਦੀ ਗੱਲ ਕਰੀਏ, ਲੁਧਿਆਣਾ ਵੈਸਟ 'ਚੋਂ ਔਰ ਖਾਸ ਕਰਕੇ ਲੁਧਿਆਣਾ ਦੀ ਰਾਜਨੀਤੀ ਦੇ ਵਿੱਚ ਜਿਹੜੇ ਵਪਾਰੀ ਉਤਰੇ ਸੀਗੇ ਇਸ ਵਾਰੀ ਸੰਯੁਕਤ ਸਮਾਜ ਮੋਰਚਾ ਦਾ ਨਾਮ ਲੈ ਕੇ, ਉਹਨਾਂ ਦੇ ਉਮੀਦਵਾਰ ਤਰੁਣਜਨ ਬਾਵਾ ਜੀ ਜਿਹੜੇ ਕਿ ਵੋਟਿੰਗ ਤੋਂ ਬਾਅਦ ਅੱਜ ਤੱਕ ਜਿਹੜੇ ਗਾਇਬ ਹੋਏ ਸੀ, ਜਿਹੜੇ ਆਲੋਪ 'ਚ ਚਲੇ ਗਏ ਸੀ, ਸੋ ਅਸੀਂ ਉਹਨਾਂ ਨੂੰ ਮਿਲੇ ਅੱਜ, ਲੱਭਿਆ, ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਅਗਲੀ ਕੀ ਸਟ੍ਰੈਟਜੀ ਹੈ, ਕਿੱਥੇ ਗੁੰਮ ਹੋ ਗਏ ਸੀ। ਬਹੁਤ ਸਾਰੇ ਕੁਐਸਚਨ ਹੈ, ਜਨਤਾ ਇਹ ਕਹਿ ਰਹੀ ਹੈ, ਵਿਰੋਧੀ ਇਹ ਕਹਿ ਰਹੇ ਕਿ ਬਸ ਇੱਕ ਕਹਿੰਦੇ ਨਾ ਕਿ ਇੱਕ ਥੋੜ੍ਹਾ ਜਿਹਾ ਆਇਆ ਸੀ ਮਨ 'ਚ ਜੋਸ਼ ਆਇਆ ਸੀਗਾ, ਹੁਣ ਉਹ ਜੋਸ਼ ਠੰਡਾ ਹੋ ਗਿਆ ਇਲੈਕਸ਼ਨ ਲੜ ਕੇ, ਜਾਂ ਹਜੇ ਵੀ ਅੱਗੇ ਕੁਛ ਟਸਲ ਬਾਕੀ ਹੈ। ਸੋ ਕੀ ਕੁਛ ਕਰਨਗੇ ਅਗਲੀ ਸਟ੍ਰੈਟਜੀ ਜਾਣਨ ਲਈ। ਸਰ ਨਮਸਕਾਰ ਜੀ। ਮੇਰੇ ਸਾਰੇ ਪਿਆਰੇ ਲੁਧਿਆਣਾ ਵਾਸੀਆਂ ਨੂੰ ਸਾਦਰ ਜੈ ਜਨੇਂਦਰ, ਜੈ ਮਾਤਾ ਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਮੈਂ ਦਿਲ ਦੀ ਗਹਿਰਾਈਆਂ ਤੋਂ ਆਪ ਸਭ ਦਾ ਆਭਾਰ ਪ੍ਰਗਟ ਕਰਨਾ ਚਾਹੁੰਦਾ ਹੈਗਾ ਵੀ ਲੁਧਿਆਣਾ ਵੈਸਟ ਦੇ ਜਿੰਨੇ ਵੀ ਲੋਕ ਸੀਗੇ, ਚਾਹੇ ਉਹਨਾਂ 'ਚੋਂ ਵਿਸ਼ੇਸ਼ ਕਰ ਵਪਾਰੀ ਵਰਗ ਸੀਗੇ ਤੇ ਦਲਿਤ ਸਮਾਜ ਸੀਗਾ, ਔਰ ਹਰ ਸਮਾਜ ਦੇ ਵਰਗ ਨੇ ਮੈਨੂੰ ਇੰਨਾ ਭਰਪੂਰ ਪਿਆਰ ਸਮਰਥਨ, ਮੇਰੀ ਐਕਸਪੈਕਟੇਸ਼ਨ ਤੋਂ ਬਹੁਤ ਜ਼ਿਆਦਾ ਮੈਨੂੰ ਜੋ ਦਿੱਤਾ, ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ। ਮੈਂ ਕਿਨ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਆਭਾਰ ਪ੍ਰਗਟ ਕਰਾਂ, ਤੇ ਤੁਹਾਨੂੰ ਮੈਂ ਫਿਰ ਬਾਰੰਬਾਰ ਤੁਹਾਨੂੰ ਸਾਰਿਆਂ ਨੂੰ ਮੈਂ ਨਮਸਕਾਰ ਕਰਦਾ ਜੋ ਤੁਸੀਂ ਮੈਨੂੰ ਇੰਨੀ ਸਪੋਰਟ ਔਰ ਮੈਨਾਂ ਪਿਆਰ ਔਰ ਆਪਣੀਆਂ ਕੀਮਤੀ ਵੋਟਾਂ ਮੈਨੂੰ ਪਾਈਆਂ ਜੀ। ਬਾਬਾ ਜੀ ਵੋਟਾਂ ਤਾਂ ਪੈ ਗਈਆਂ, ਪਰ ਵੋਟਾਂ ਦੇ ਪੈਣ ਤੋਂ ਬਾਅਦ ਤੋਂ ਅਗਲੇ ਦਿਨ ਤੋਂ ਤੁਸੀਂ ਗਾਇਬ ਹੋ ਗਏ,
ਔਰ ਹੁਣ ਅੱਜ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ। ਸੋ ਲੋਕਾਂ ਦੇ ਵਿੱਚ, ਵਿਰੋਧੀਆਂ ਦੇ ਵਿੱਚ ਜਾਂ ਆਮ ਜਿਹੜੇ ਵੋਟਰ ਵੀ ਸੀਗੇ ਉਹਨਾਂ 'ਚ ਵੀ ਕਿਤੇ ਮਨ 'ਚ ਕੁਐਸਚਨ ਹੈਗੇ ਕਿ ਕੀ ਬਸ ਸੰਯੁਕਤ ਸਮਾਜ ਮੋਰਚਾ ਹੁਣ ਖਤਮ, ਬਾਪ ਆਦਮੀ BAP ਜਿਹੜੀ ਪਾਰਟੀ ਬਣਾਈ ਸੀ ਉਹ ਖਤਮ, ਜਿਹੜਾ ਤਰੁਣਜਨ ਬਾਵਾ ਦੇ ਖੁਦ ਇੱਕ ਮਨ ਦੇ ਵਿੱਚ ਕੁਝ ਵਿਚਾਰ ਉੱਠੇ ਸੀ ਇਲੈਕਸ਼ਨ ਲੜਨ ਲਈ, ਸੋ ਹੁਣ ਇੱਕ ਦਿਲ ਦਾ ਕਹਿੰਦੇ ਸੀ ਨਾ ਰਾਂਝਾ ਪੂਰੀ ਹੋ ਗਿਆ, ਸੋ ਹੁਣ ਇਹ ਖਤਮ ਹੈ। ਸੋ ਜਿਹੜੇ ਬੰਦਿਆਂ ਨੇ ਸਪੋਰਟ ਕੀਤੀ ਉਹ ਹੁਣ ਕਨਫਿਊਜ਼ਨ 'ਚ ਹੈ ਕਿ ਕਿਉਂਕਿ ਵਿਪਕਸ਼ ਕਿਤੇ ਨਾ ਕਿਤੇ ਇਸ ਵਾਰੀ ਰਾਜਨੀਤੀ ਦਾ ਅਸੀਂ ਮਿਆਰ ਦੇਖਿਆ ਬਹੁਤ ਗਿਰਦਾ ਰਿਹਾ। ਵਿਪਕਸ਼ ਕਿਤੇ ਨਾ ਕਿਤੇ ਧਮਕੀਆਂ ਵੀ ਦਿੰਦਾ ਨਜ਼ਰ ਆਇਆ, ਆੜੇ ਹੱਥ ਲੈਂਦੇ ਵੀ ਨਜ਼ਰ ਆਇਆ। ਸੋ ਸਾਰਿਆਂ 'ਚ ਜਿਹੜੇ ਤੁਹਾਡੇ ਸਮਰਥਕ ਸੀ ਤੁਹਾਡੇ ਲਈ ਉੱਠ ਕੇ, ਜਿਨ੍ਹਾਂ ਨੂੰ ਇੱਕ ਲੱਗੀ ਸੀ ਆਵਾਜ਼ ਕਿ ਕੋਈ ਕ੍ਰਾਂਤੀਕਾਰੀ ਉੱਠਿਆ, ਉਹ ਹੁਣ ਕਿੱਥੇ ਹੈ? ਉਹਨਾਂ ਲਈ ਅੱਗੇ ਕੀ ਹੈ? ਦੇਖੋ ਜੀ, ਸਭ ਤੋਂ ਪਹਿਲੇ ਤਾਂ ਸੰਦੀਪ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਈ ਆਹ ਨਾ ਇੱਕ ਮਿਸਟਰ ਇੰਡੀਆ ਦੇ ਵਿੱਚ ਅਨਿਲ ਕਪੂਰ ਦੇ ਕੋਲ ਇੱਕ ਘੜੀ ਸੀ ਜਿਹਦੇ ਨਾਲ ਉਹ ਗਾਇਬ ਹੋ ਜਾਂਦਾ ਸੀ ਜੀ। ਤੇ ਉਹ ਗੱਲਾਂ ਫਿਲਮਾਂ ਦੀਆਂ ਹੁੰਦੀਆਂ ਹਾਸੇ ਮਜ਼ਾਕ ਵਾਸਤੇ, ਤੇ ਨਾ ਤਾਂ ਮੈਂ ਕਿਤੇ ਕੋਈ ਗਾਇਬ ਹੋਇਆ, ਨਾ ਮੇਰੇ ਕੋਲ ਕੋਈ ਮਿਸਟਰ ਇੰਡੀਆ ਦੀ ਕੋਈ ਘੜੀ ਹੈਗੀ ਹੈ। ਇੱਕ ਦਿਨ ਮੈਂ ਰੈਸਟ ਮੈਂ ਜ਼ਰੂਰ ਕੀਤਾ, ਮੈਂ ਵੀ ਇੱਕ ਹਿਊਮਨ ਬੀਇੰਗ ਹੈ। ਇੰਨਾ ਜ਼ਿਆਦਾ ਪਿਛਲੇ 25-30 ਦਿਨਾਂ ਦਾ, ਮਹੀਨੇ ਦਾ ਇੰਨਾ ਜ਼ਿਆਦਾ ਕੰਪੇਨ ਦਾ ਹੈਕਟਿਕ ਰਿਹਾ। ਇੱਕ ਦਿਨ ਮੈਂ ਰੈਸਟ ਮੈਂ ਜ਼ਰੂਰ ਕੀਤਾ, ਬਟ ਅੱਜ 25 ਤਰੀਕ ਹੈ, 22 ਤਰੀਕ ਤੋਂ ਮੈਂ ਦੁਬਾਰਤੀ ਆਪਣਾ ਇਹ ਸਾਰੇ ਰਾਜਨੀਤਿਕ ਘਟਨਾਕ੍ਰਮ ਨੂੰ ਮੈਂ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਔਰ ਅੱਜ ਤੁਹਾਨੂੰ ਸੁਣ ਕੇ ਔਰ ਮੈਨੂੰ ਦੱਸ ਕੇ ਬੜੀ ਪ੍ਰਸੰਨਤਾ ਹੋ ਰਹੀ ਹੈ ਵੀ ਜਿਹੜੀ ਤਰੁਣਜਨ ਬਾਵਾ ਨੇ ਇੱਕ ਵਪਾਰੀ ਵਰਗ, ਇੱਕ ਮੱਧਮ ਪਰਿਵਾਰ ਦੇ ਵਿੱਚੋਂ ਦੀ, MSME ਇੰਡਸਟਰੀ 'ਚ ਮੈਂ ਫਾਲ ਕਰਦਾ, ਇੱਕ ਮੱਧਮ ਵਰਗੀ ਵਪਾਰੀ ਨੇ ਜਿਹੜੀ ਇੱਕ ਛੋਟਾ ਜਿਹਾ ਦੀਪਕ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਉਹ ਹੁਣ ਐਸੀ ਜਵਾਲਾਮੁਖੀ ਬਣਨ ਜਾ ਰਹੀ ਹੈ ਜੋ ਕਿ ਮੇਰੇ ਬੁਝਾਏ ਵੀ ਨਹੀਂ ਬੁਝਣੀ। ਓਕੇ। ਔਰ ਅੱਜ ਕੱਲ ਸ਼ਾਮ ਨੂੰ ਤੁਸੀਂ, ਮੈਂ ਤੁਹਾਨੂੰ ਲਿਸਟ ਦੇ ਦਾਂਗਾ ਸਾਰੇ ਜਿਨ੍ਹਾਂ ਦੀ, ਤਕਰੀਬਨ 1500 ਜਿਨ੍ਹਾਂ ਦੀ ਏਜ 40 ਈਅਰਸ ਤੋਂ ਘੱਟ ਹੈ, ਸਾਡੇ ਵਪਾਰ ਵਰਗ ਦੇ ਵਿੱਚੋਂ ਹੀ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ, 1500 ਲੋਕਾਂ ਦਾ ਰਿਜ਼ਿਊਮ ਆ ਗਿਆ ਮੈਨੂੰ। ਔਰ ਉਹ ਸਾਰਿਆਂ ਨੇ ਮੈਨੂੰ ਇੰਨਾ ਜ਼ਿਆਦਾ ਜ਼ੋਰ ਪਾਇਆ ਵੀ ਬਾਬਾ ਜੀ ਅਸੀਂ ਹੁਣ ਆਉਣ ਵਾਲੇ ਕਾਉਂਸਲਰਸ ਦੇ ਜਿਹੜੇ ਇਲੈਕਸ਼ਨ ਹੈ, 95 ਕਾਉਂਸਲਰ ਆਪਣੇ ਲੁਧਿਆਣਾ ਸ਼ਹਿਰ ਤੋਂ ਹੈਗੇ ਨੇ, ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਮਿਊਨਿਸਪਲ ਹਾਊਸ ਦੇ ਵਿੱਚ ਅਸੀਂ ਸ਼ਮੂਲੀਅਤ ਦਰਜ ਕਰਾਵਾਂਗੇ। ਔਰ 95 ਦੇ 95 ਕਾਉਂਸਲਰ ਸਾਡੇ ਮੱਧਮ ਵਰਗੀ ਪਰਿਵਾਰਾਂ ਦੇ ਵਿੱਚੋਂ ਦੀ, ਵਪਾਰੀ ਵਰਗਾਂ ਵਿੱਚੋਂ, ਦੁਕਾਨਦਾਰ ਵਰਗ ਦੇ ਵਿੱਚੋਂ ਦੀ ਅਸੀਂ ਲੈ ਕੇ ਅਸੀਂ ਆਉਣ ਦੀ ਸਾਡੀ ਤਿਆਰੀ ਹੋ ਗਈ ਹੈ। ਔਰ ਹੋਰ ਮਜ਼ੇ ਦੀ ਗੱਲ ਦੱਸਾਂ, ਸਾਡੇ ਸ਼ਹਿਰ ਦੇ ਇੰਡਸਟਰੀ ਦੇ ਭੀਸ਼ਮ ਪਿਤਾਮਾ ਮਿਸਟਰ ਅਜੀਤ ਲਾਕੜਾ ਜੀ ਦਾ ਨਾਮ ਹੈ, ਸ਼੍ਰੀ ਰੇਨੀਸ਼ ਊਜਾ ਜੀ ਹੈ, ਸ਼੍ਰੀ SC ਰੱਲਨ ਸਾਹਿਬ ਹੈ, ਇਹਨਾਂ ਲੋਕਾਂ ਦੇ ਨਾਮਾਂ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ ਵੀ ਇੰਡਸਟਰੀ ਵੱਲੋਂ ਆਉਣ ਵਾਲੇ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨਸ ਵਾਸਤੇ 2024 ਵਾਸਤੇ ਵੀ ਇਹਨਾਂ ਦੀ ਅਸੀਂ ਤਿਆਰੀ ਸਟਾਰਟ ਕਰਾਉਣ ਜਾ ਰਹੇ ਹੈਗੇ ਹਾਂ। ਸਾਡੇ ਸ਼ਹਿਰ ਦੇ ਜਿਹੜੇ ਬਾਬਾ ਬੋੜ, ਜਿਹੜੇ ਕਿ ਮੋਸਟ ਵਿਜ਼ਨਰੀ ਇੰਟੈਲੈਕਚੁਅਲ ਜਿਹੜੇ ਵੱਡੇ ਵਪਾਰੀ ਨੇ, ਅਸੀਂ ਇਹ ਚਾਹੁੰਦੇ ਵੀ ਲੁਧਿਆਣਾ, ਕਿਉਂਕਿ ਇਹ ਸਾਰਿਆਂ ਨੂੰ ਪਤਾ ਵੀ ਇੱਕ ਇੰਡਸਟਰੀਅਲ ਹੱਬ ਹੈਗਾ, ਤੇ ਉਹਦੇ ਵਿੱਚੋਂ ਦੀ ਸਾਡੀਆਂ ਵਪਾਰੀਆਂ ਦੀ ਸਮੱਸਿਆਵਾਂ ਨੂੰ ਲੋਕ ਸਭਾ ਦੇ ਵਿੱਚ ਪਹੁੰਚਾਉਣ ਵਾਸਤੇ ਆਹ ਨਾਮਾਂ ਦਾ ਚਰਚਾ ਵੀ ਸਟਾਰਟ ਹੋ ਗਈ ਹੈ। ਔਰ ਆਉਣ ਵਾਲੇ ਟਾਈਮ 'ਚ ਅਸੀਂ ਮਿਊਨਿਸਪਲ ਹਾਊਸ ਦੇ ਵਿੱਚ ਵੀ ਅਸੀਂ ਆਪਣੀ ਸ਼ਮੂਲੀਅਤ ਦਰਜ ਕਰਾਵਾਂਗੇ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਹੈ, ਚਾਹੇ ਸਾਡੇ ਘਰਾਂ ਦਾ ਹੈ, ਚਾਹੇ ਸਾਡੀ ਕਾਰਖਾਨਿਆਂ ਦਾ ਹੈ, ਦੁਕਾਨਾਂ ਦਾ ਹੈਗਾ, ਫੈਕਟਰੀਆਂ ਦਾ ਹੈਗਾ, ਉਹ ਸਭ ਤੋਂ ਜ਼ਿਆਦਾ ਅਸੀਂ ਲੋਕ ਹੀ ਤਾਂ ਪੇ ਕਰਦੇ ਹਾਂ। ਔਰ ਉਹ ਜ਼ਰਾ ਟੈਕਸ ਕਿੱਥੇ ਜਾਂਦਾ ਹੈ, ਉਹਦੇ ਸਾਰੇ ਪਾਈ ਦਾ ਹਿਸਾਬ ਕਿਤਾਬ ਲੈਣ ਵਾਸਤੇ ਹੁਣ ਅਸੀਂ ਆਪਣੀ ਨਈਆ ਦੇ ਖਵਈਆ, ਆਪਣੀ ਗੱਡੀ ਦੇ ਡਰਾਈਵਰ ਬਣਨ ਜਾ ਰਹੇ ਹਾਂ। ਬਾਬਾ ਜੀ ਗੱਲਾਂ ਸੁਣਨ 'ਚ ਬਹੁਤ ਅੱਛੀਆਂ ਲੱਗੀਆਂ, ਜੋਸ਼ ਆ ਜਾਂਦਾ ਤੁਹਾਡੀਆਂ ਗੱਲਾਂ ਸੁਣ ਕੇ, ਤੁਸੀਂ ਬੋਲਦੇ ਸਟਾਈਲ ਨਾਲੋਂ। ਪਰ ਸੌਰੀ, ਮਤਲਬ ਮੈਂ ਵੀ ਇੱਕ ਪੱਤਰਕਾਰ ਹਾਂ, ਆਪਣੇ ਕੋਲ 6 MLA ਦੇ ਕੈਂਡੀਡੇਟ ਤਾਂ ਖੜੇ ਨਹੀਂ ਹੋਏ। ਹੁਣ ਆਪਾਂ ਕਹਿ ਰਹੇ 1500 ਟਿਕਟਾਂ ਆਪਣੇ ਕੋਲ ਐਪਲੀਕੇਸ਼ਨ ਆ ਗਈਆਂ। ਜਿਹੜੇ ਬੰਦਿਆਂ ਦੇ ਤੁਸੀਂ ਨਾਮ ਲੈ ਰਹੇ ਹੋ ਕਿ ਆਹ 5-6 ਬੰਦਿਆਂ ਦੇ, ਇਹ ਨਾ ਹੋਵੇ ਕਿ 2 ਕੁ ਦਿਨ ਬਾਅਦ ਇਹਨਾਂ ਦੇ ਬਿਆਨ ਆ ਜਾਣ, ਨਹੀਂ ਬਾਬਾ ਜੀ ਨੇ ਆਪਣੇ ਵੱਲੋਂ ਹੀ ਨਾਮ ਲੈ ਤੇ, ਅਸੀਂ ਤਾਂ ਇਹ ਬੰਦੇ, ਸਾਡੀ ਕੋਈ ਗੱਲ ਨਹੀਂ ਹੋਈ ਇੱਦਾਂ ਦੇ, ਕਿਉਂਕਿ ਅਗਲੇ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਜਾਂ ਵੱਡੇ ਲੈਵਲ 'ਤੇ ਸਮਾਜ 'ਚ, ਸੁਸਾਇਟੀ 'ਚ ਆਪਣਾ ਅਹੁਦਾ ਰੱਖਦੇ ਆ। ਸੋ ਉਨੀਆਂ ਕੀ ਗੱਲਾਂ ਕਰਦੇ ਚੰਗੇ ਲੱਗਦੇ ਆ ਜਿੰਨੀ ਕੁ ਆਪਾਂ ਨਿਭਾ ਪਾਈਏ, ਜ਼ਿਆਦਾ ਲੰਬੀਆਂ ਨਾ ਕਰੋ। ਮਤਲਬ ਹੋ ਸਕਦਾ ਤੁਹਾਨੂੰ ਮੇਰੀ ਗੱਲ ਬੁਰੀ ਵੀ ਲੱਗੇ, ਪਰ ਠੀਕ ਹੈ, ਅੱਛਾ ਰਿਸਪੌਂਸ ਰਿਹਾ। ਅਸੀਂ ਵੀ ਮੰਨਦੇ ਹਾਂ ਕਿ ਤਰੁਣਜਨ ਬਾਵਾ ਨੇ ਇੱਕ ਅਲੱਗ ਰੈਵੋਲੂਸ਼ਨ ਜ਼ਰੂਰ ਲੈ ਕੇ ਆਂਦਾ, ਲੋਕਾਂ 'ਚ ਨਜ਼ਰ ਆਇਆ, ਪਰ ਉਹ ਪ੍ਰੈਕਟੀਕੈਲਿਟੀ ਅੱਗੇ ਕਿੰਨੀ ਕੁ ਕਰਦੇ ਹੋ, ਇਹ ਸਭ ਸਮੇਂ ਦੀ ਹਜੇ ਦੇਖਣਾ ਪਏਗਾ। ਤੁਹਾਨੂੰ ਵੋਟਾਂ ਜਿਹੜੀ 10 ਤਰੀਕ ਨੂੰ ਪੈਣਗੀਆਂ, ਵੋਟਾਂ ਹੀ, ਲੋਕੀ ਤਾਂ ਇਹ ਵੀ ਕਹਿ ਰਹੇ ਇਹਨਾਂ ਨੂੰ ਤਾਂ ਵੋਟਾਂ ਹੀ 4 ਜਾਂ 5000 ਪੈਣੀ ਹੈ।
ਠੀਕ ਹੈ, ਤੁਸੀਂ ਕਹਿ ਰਹੇ ਹੋ ਮੈਨੂੰ ਰਿਸਪੌਂਸ ਬਹੁਤ ਜ਼ਿਆਦਾ ਆਇਆ। ਸੋ ਜੇ ਇੰਨੀਆਂ ਕੁ ਪੈਂਦੀਆਂ, ਲੋਕੀ ਤਾਂ ਜਿਹੜੇ ਨਾਲ ਚੱਲੇ ਉਹ ਤਾਂ ਆਪਣਾ ਹਿਸਾਬ ਕਿਤਾਬ ਲੱਭ ਰਹੇ ਕਿ ਕਿਤੇ ਉਹਨੂੰ ਬਾਕੀਆਂ ਨਾਲ ਮੂੰਹ ਦਿਖਾਉਣਾ ਕਿੱਦਾਂ ਕਵਾਂਗੇ, ਕਿਹੜੇ ਮੂੰਹ ਨਾਲ ਕਵਾਂਗੇ ਤਰੁਣਜਨ ਬਾਬਾ ਦਾ ਅਸੀਂ ਸਪੋਰਟ ਕੀਤਾ ਸੀ। ਸੰਦੀਪ ਜੀ, ਮੈਂ ਪਹਿਲੇ ਦਿਨ ਤੋਂ ਤੁਹਾਨੂੰ ਕਹਿ ਰਿਹਾ ਸੀ ਵੀ ਮੈਂ ਕੋਈ ਐਮਐਲਏ ਬਣਨ ਦੀ ਚਾਹਤ ਨਾਲ ਜਾਂ ਕੋਈ ਮਿਨਿਸਟਰ ਬਣਨ ਦੀ ਚਾਹਤ ਨਾਲ ਮੈਂ ਨਹੀਂ ਆਇਆ ਜੀ। ਸਾਡੇ ਸੁਖ ਸਮਾਜ ਮੋਰਚੇ ਦਾ ਪਹਿਲੇ ਦਿਨ ਤੋਂ ਵਿਜ਼ਨ ਸੀਗਾ ਇੱਕ ਬਦਲਾਵ ਲੈ ਕੇ ਆਉਣਾ, ਔਰ ਮੈਂ ਸਮਝਦਾ ਮੈਂ ਕਾਫੀ ਹੱਦ ਤੱਕ ਨਹੀਂ ਹਾਂ, ਮੈਂ 101% ਮੈਂ ਕਾਮਯਾਬ ਹੋਇਆ ਇੱਕ ਲੋਕਾਂ ਦੇ ਵਿੱਚ ਬਦਲਾਵ ਦੀ ਸੋਚ ਲਿਆਉਣ ਵਾਸਤੇ। ਦੇਖੋ, ਸਭ ਤੋਂ ਪਹਿਲੇ ਅਗਰ ਤੁਸੀਂ ਆਪਣੇ ਘਰ ਬਣਾਉਂਦੇ ਹੋ ਨਾ, ਜਾਂ ਤੁਸੀਂ ਘਰ ਬਣਾਉਣ ਦਾ ਸੋਚਦੇ ਹੋ, ਤੁਸੀਂ ਪਹਿਲੇ ਇੱਕ ਸੋਚਦੇ ਹੋ ਯਾਰ ਮੈਂ ਇੱਕ ਪਹਿਲੇ ਪਲਾਟ ਲਵਾਂ, ਫਿਰ ਮੇਰਾ ਘਰ ਇਸ ਤਰ੍ਹਾਂ ਦਾ ਹੋਵੇ, ਮੇਰਾ ਬੈਡਰੂਮ ਇਸ ਤਰ੍ਹਾਂ ਦਾ ਹੋਵੇ, ਮੇਰਾ ਕਾਰਖਾਨਾ ਇਸ ਤਰ੍ਹਾਂ ਦਾ ਹੋਵੇ, ਮੇਰੀ ਦੁਕਾਨ ਇਸ ਤਰ੍ਹਾਂ ਦੀ ਹੋਵੇ। ਫਸਟ ਆਫ ਆਲ ਤੁਹਾਨੂੰ ਇੱਕ ਵਿਜ਼ਨ ਤਾਂ ਆਪਣੇ ਮਨ 'ਚ ਇੱਕ ਸੁਪਨਾ ਤਾਂ ਲੈਣਾ ਪਏਗਾ ਨਾ। ਔਰ ਤੁਸੀਂ ਦੇਖੋ ਵੀ ਮੈਨੂੰ 6 ਸੀਟਾਂ ਮਿਲੀਆਂ ਸੀਗੀਆਂ, ਔਰ 6 ਦੇ ਵਿੱਚੋਂ ਦੀ 3 ਕੈਂਡੀਡੇਟ ਅਸੀਂ ਖੜੇ ਹੋਏ। ਸਰਦਾਰ ਹਰਕਿਰਤ ਸਿੰਘ ਜੀ ਰਾਣਾ ਜੀ, ਸਰਦਾਰ ਰਿੰਦਰ ਸਿੰਘ ਜੀ ਈਸਟ ਤੋਂ ਖੜੇ ਹੋਏ, ਤੇ ਮੈਂ 6 ਦੇ ਵਿੱਚੋਂ ਦੀ ਮੈਂ 3 ਕੈਂਡੀਡੇਟ ਤਾਂ ਸਾਡੇ ਆਏ ਪਹਿਲੀ ਵਾਰੀ, ਫਸਟ ਟਾਈਮ ਇੱਕ ਫਰੈਸ਼ਰ ਤੋਂ। ਤੁਸੀਂ ਮੈਂ ਸਮਝਦਾ ਵੀ ਸਾਡੀ ਬਹੁਤ ਵੱਡੀ ਅਚੀਵਮੈਂਟ ਰਹੀ ਹੈਗੀ ਹੈ ਵੀ ਅਸੀਂ 3 ਬੰਦੇ ਖੜੇ ਤਾਂ ਰਹੇ, ਬਾਕੀ ਕੁਝ ਮਜਬੂਰੀ ਵਰਸ਼ ਨਹੀਂ ਹੋ ਪਾਏ। ਔਰ ਦੂਸਰੀ ਗੱਲ, ਜਿਹੜੇ ਮੈਂਬਰ ਆਫ ਪਾਰਲੀਮੈਂਟ ਵਾਸਤੇ ਜਿਹੜੇ ਸਾਡੇ ਇੰਡਸਟਰੀ ਦੇ ਜਿਹੜੇ ਸੀਨੀਅਰ ਲੋਕਾਂ ਦੇ ਨਾਲ ਦੇ ਨਾਮ ਦੀ ਚਰਚਾ ਆ ਸ਼ਹਿਰ ਦੇ ਵਿੱਚੋਂ ਦੀ ਉੱਠਣੀ ਸ਼ੁਰੂ ਹੋਈ ਹੈ। ਹਲੇ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ, ਲੋਕਾਂ ਦਾ ਆਹ ਰਿਸਪੌਂਸ ਆ ਰਿਹਾ ਹੈ ਬਈ ਇੱਕ ਸੂਝਵਾਨ ਔਰ ਇੱਕ ਵੱਡੇ ਇੰਡਸਟਰੀਲਿਸਟ ਨੇ, ਜਿਹੜਾ ਕਿ ਇੱਕ ਬਹੁਤ ਵਿਜ਼ਨਰੀ ਔਰ ਜਿਹਨਾਂ ਦੇ ਕੋਲ ਇੱਕ ਆਈਡੀਅਲਸ ਨੇ ਸਾਡੇ ਵਾਸਤੇ ਵੀ, ਜਿਹਨਾਂ ਦਾ ਮੈਂ 3 ਦਾ ਨਾਮ ਲਿਆ, ਤੇ ਉਹਨਾਂ ਦੇ ਨਾਮਾਂ ਦੀ ਚਰਚਾ ਸ਼ੁਰੂ ਹੋ ਗਈ ਵੀ ਇਸ ਤਰ੍ਹਾਂ ਦੇ ਬੰਦੇ ਆਉਣੇ ਚਾਹੀਦੇ ਨੇ। ਲੈ ਕੇ ਨਾ ਯੂ ਟਰਨ, ਇਹੀ ਹੁੰਦਾ ਰਾਜਨੀਤੀ ਦੇ ਵਿੱਚ। ਬੰਦਾ ਕਹਿੰਦਾ ਸਰ ਤੁਸੀਂ ਇਹੋ ਜਿਹੇ ਬੰਦਿਆਂ ਦਾ ਨਾਮ ਲੈ ਰਹੇ ਹੋ, ਠੀਕ ਹੈ, ਉਹਨਾਂ ਦਾ ਆਪਣਾ ਇੱਕ ਸ਼ਹਿਰ ਦੇ ਵਿੱਚ ਸਟੇਟਸ ਹੈ। ਅਗਲੇ ਜੇ ਖੜਨਾ ਹੀ ਹੁੰਦਾ, ਅਗਲੇ ਤੁਹਾਡੇ ਨਾਲ ਐਮਐਲਏ 'ਚ ਨਾ ਖੜਦੇ, ਤੁਸੀਂ ਉਹਨੂੰ ਚੱਕ ਕੇ ਮੈਂਬਰ ਪਾਰਲੀਮੈਂਟ ਲਈ ਅਗਲਿਆਂ ਦਾ ਨਾਮ ਲੈ ਲਿਆ। ਤੁਸੀਂ ਹੁਣੇ ਮੰਨ ਗਏ, ਹੁਣੇ ਤੁਸੀਂ ਉਹਨਾਂ ਦਾ ਬੜਾ ਤਰੀਕੇ ਨਾਲ ਨਾਮ ਲੈ ਰਹੇ ਸੀ, ਹੁਣੇ ਤੁਸੀਂ ਕਹਿ ਤਾ ਨਹੀਂ ਜੀ ਅਸੀਂ ਤਾਂ ਇਹਨਾਂ ਦੇ ਨਾਮਾਂ ਦੀ ਚਰਚਾਵਾਂ ਸ਼ੁਰੂ ਹੋ ਗਈਆਂ। ਦੱਸੋ, ਏਡੇ ਵੱਡੇ ਬੰਦਿਆਂ ਦਾ ਤੁਸੀਂ ਨਾਮ ਲੈ ਲਿਆ, ਕੱਲ ਨੂੰ ਅਗਲੇ ਦਾ ਖੁਦ ਦਾ ਇੰਟਰਸਟ ਨਾ ਹੋਵੇ, ਆਪਾਂ ਅਗਲੇ ਨੂੰ ਨਾਮ ਲੈ ਕੇ ਉਹ ਕਰਤਾ, ਉਹਨਾਂ ਤੋਂ ਮਜ਼ਾਕ ਬਣਾਤਾ। ਦੇਖੋ, ਆਹ ਜਿਹੜੇ ਨਾਮ ਦੀ ਚਰਚਾ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਨੇ ਆਪਣੇ ਸ਼ਹਿਰ ਦੇ ਵਿੱਚ ਕੋਈ ਕਿਰਤ ਕਮਾਈ ਕੀਤੀ ਹੁੰਦੀ ਹੈ ਜੀ, ਤੇ ਜੇ ਉਹਨਾਂ ਦਾ ਨਾਮ ਦਾ ਚਰਚਾ ਹੋਈ ਹੈ ਤੇ ਆਪਣਾ ਇਸ ਤਰ੍ਹਾਂ ਦੇ ਉਹਨਾਂ ਦੀ ਕੱਲ ਨੂੰ ਕੋਈ ਇੱਛਾ ਹੋਏਗੀ ਜਾਂ ਨਹੀਂ ਹੋਏਗੀ, ਆਹ ਤਾਂ ਇੱਕ ਚਰਚਾ ਦਾ ਵਿਸ਼ਾ ਹੈ ਨਾ ਜੀ। ਭਵਿੱਖ ਵਿੱਚ ਕੀ ਹੁੰਦਾ, ਇੱਕ ਤਾਂ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਮੈਂ ਕਿਹਾ ਬਈ ਇਸ ਤਰ੍ਹਾਂ ਦੇ ਜਿਹੜੇ ਅੱਛੇ ਬੰਦੇ ਨੇ ਜੀ, ਉਹ ਸਾਡੇ ਵਿੱਚ ਨਾਮਾਂ ਦੀ ਚਰਚਾ ਵਪਾਰੀਆਂ ਵਿੱਚੋਂ ਆਉਣੀ ਸ਼ੁਰੂ ਹੋ ਗਈ। ਤੁਹਾਨੂੰ ਤੁਹਾਡੀ ਟੀਮ ਮੈਂਬਰਾਂ ਵੱਲੋਂ ਜਾਂ ਆਮ ਜਿਹੜੇ ਸਪੋਰਟਰ ਆ ਉਹਨਾਂ ਵੱਲੋਂ ਨਾਮ ਆਏ। ਹਾਂ ਬਿਲਕੁਲ, ਮੈਂ ਆਹੀ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇਹਨਾਂ ਦੇ ਨਾਮ ਇਦਾਂ ਨਹੀਂ ਲੈਣੇ ਚਾਹੀਦੇ, ਕਿਉਂਕਿ ਕੱਲ ਨੂੰ ਆਪਾਂ ਨਾਮ ਲੈਣੇ, ਅਗਲੇ ਹੀ ਕਹਿੰਦੇ ਨੇ ਅਸੀਂ ਨਹੀਂ, ਉਹ ਤੁਸੀਂ ਕਹਿੰਦੇ ਦੁੱਲੇ ਲਈ ਮੁੰਡੇ ਲਈ ਕੁੜੀ ਲੱਭਣ ਚੱਲ ਕੇ, ਮੁੰਡਾ ਕਹਿੰਦਾ ਮੈਂ ਹਜੇ ਵਿਆਹ ਹੀ ਨਹੀਂ ਕਰਾਉਣਾ। ਮੈਂ ਤਾਂ ਕਹਿੰਦਾ ਇਹਨਾਂ ਵਾਸਤੇ ਆ ਸਾਰੇ ਮੇਰੇ ਜਸਟ ਲਾਈਕ ਮੇਰੇ ਫਾਦਰ ਦੀ ਉਮਰ ਦੇ ਹੈਗੇ ਨੇ, ਔਰ ਮੇਰੇ ਜਸਟ ਲਾਈਕ ਮੇਰੇ ਪਿਤਾ ਤੁੱਲੇ ਹੈਗੇ ਨੇ, ਤੇ ਰਲਨ ਸਾਹਿਬ ਹੋ ਗਏ, ਰਨੀਸ਼ ਅੰਕਲ ਹੋ ਗਏ, ਜਾਂ ਅਜੀਤ ਲਾਖੜਾ ਜੀ ਹੋ ਗਏ, ਤੇ ਆ ਤਾਂ ਉਸਕੋ ਉਹਨਾਂ ਵਾਸਤੇ ਵੀ ਪ੍ਰਾਊਡ ਦੀ ਗੱਲ ਹੈਗੀ ਹੈ ਵੀ ਅਗਰ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਮ ਦੀ ਚਰਚਾ ਹੋ ਰਹੀ ਹੈ, ਤੇ ਅਗਰ ਉਹਨਾਂ ਦੀ ਕੋਈ ਕਿਰਤ ਕਮਾਈ ਕੀਤੀ ਹੈ, ਮੈਂ ਹੋਰ ਕਿਸ ਦਾ ਨਾਮ ਨਹੀਂ ਲਿਆ, ਤੇ ਆਹ ਇੱਕ ਜਦੋਂ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਨਾ, ਤੁਸੀਂ ਕਦੀ ਸੋਚਿਆ ਸੀ ਵੀ ਮੈਂ ਇਲੈਕਸ਼ਨ ਵੀ ਲੜ ਲੂੰਗਾ? ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ। ਮੈਨੂੰ ਆਪ ਆਪਣੇ ਆਪ ਉੱਤੇ ਯਕੀਨ ਨਹੀਂ ਸੀਗਾ ਵੀ ਮੈਂ ਇਲੈਕਸ਼ਨ ਵੀ ਮੈਂ ਲੜ ਲਾਂਗਾ, ਵੀ ਇਸ ਤਰ੍ਹਾਂ ਦੀ ਪਰਿਸਥਿਤੀਆਂ ਬਣ ਗਈ। ਬਟ ਅੱਜ ਈਸ਼ਵਰ ਨੇ ਔਰ ਸਾਰੇ ਆਪਣਾ ਵਪਾਰ ਜਗਤ ਨੇ, ਸਾਰੇ ਸ਼ਹਿਰ ਦੇ ਲੋਕਾਂ ਨੇ ਮੈਨੂੰ ਵੀ ਹਿੰਮਤ ਦਿੱਤੀ ਨਾ, ਔਰ ਉਹ ਜਿੰਨੀ ਹਿੰਮਤ ਮੈਨੂੰ ਦਿੱਤੀ ਔਰ ਜਿੰਨਾ ਪਿਆਰ ਮੈਨੂੰ ਦਿੱਤਾ ਉਹ ਤੁਸੀਂ ਵੀ ਦੇਖਿਆ, ਸਾਰੇ ਸ਼ਹਿਰ ਨੇ ਵੇਖਿਆ। ਆ ਤਾਂ ਹੁਣ ਮੇਰੇ ਆ ਜਿਹੜੀ ਅੱਗ ਲੱਗੀ ਨਾ ਜੀ, ਆ ਮੇਰੇ ਆਪ ਦੇ ਬੁਝਾਈ ਵੀ ਨਹੀਂ ਬੁਝਣੀ। ਲੋਕੀ ਤਾਂ ਕਹਿ ਰਹੇ ਆ, ਵਿਪਕਸ਼ ਇੱਦਾਂ ਦੇ ਆਰੋਪ ਲਗਾ ਰਿਹਾ ਕਿ ਠੀਕ ਹੈ, ਉਹ ਕਹਿੰਦੇ ਨਾ ਪੰਜਾਬੀਆਂ 'ਚ ਇੱਕ ਟਸ਼ਨ ਹੁੰਦੀ ਹੈ, ਟਸ਼ਨ 'ਚ ਅਨਾਊਂਸਮੈਂਟ ਕਰਤੀ ਸੀ, ਹੁਣ ਚੁਣਾਵ ਵੀ ਲੜ ਲਿਆ, ਹੁਣ ਘਰੋਂ ਗਾਲਾਂ ਪੈ ਰਹੀਆਂ ਬਾਬਾ ਜੀ ਨੂੰ ਕਿ ਪਤਾ ਨਹੀਂ ਸਾਨੂੰ ਕਿੱਥੇ ਫਸਾ ਕੇ ਰੱਖਤਾ, ਮਜਬੂਰੀ 'ਚ ਸਾਥ ਵੀ ਦੇਣਾ ਪੈ ਗਿਆ, ਸਾਰੇ ਸ਼ਹਿਰ ਨਾਲ ਵਿਗਾੜ ਕੇ ਰੱਖਤੀ। ਦੇਖੋ ਜੀ, ਆ ਤਾਂ ਮੇਰੇ ਜਿਹੜੇ ਪੂਰਾ ਪਰਿਵਾਰ, ਮੇਰਾ ਵਪਾਰ ਸਮਾਜ, ਉਦਯੋਗ ਜਗਤ ਔਰ ਮੇਰਾ ਜੈਨ ਸਮਾਜ, ਤੁਸੀਂ ਉਹ ਸਾਰਿਆਂ ਨੂੰ ਜਾ ਕੇ ਪੁੱਛ ਲਓ ਵੀ ਉਹਨਾਂ ਵਿੱਚ ਅੱਜ ਵੀ ਉਹਨਾਂ ਵਿੱਚ ਕਿੰਨਾ ਉਤਸ਼ਾਹ ਹੈਗਾ, ਵੀ ਉਹ ਨੈਗੇਟਿਵ ਬੋਲਦੇ ਆ ਜਾਂ ਪੋਜ਼ਿਟਿਵ ਬੋਲਦੇ ਆ। ਤੇ ਕੁਛ ਤਾਂ ਸਾਡੇ ਪ੍ਰਧਾਨ ਜੀ ਇੱਧਰ ਨਾਲ ਹੀ ਬੈਠੇ ਹੈਗੇ ਆ, ਮੇਰੇ ਤੋਂ ਬਾਅਦ ਇਹਨਾਂ ਦੀ ਇੰਟਰਵਿਊ ਕਰ ਲਿਓ, ਥੋੜਾ ਤਾਂ ਕੰਮ ਹੈਗਾ। ਦਿਸ ਇਜ਼ ਯੋਰ ਮੇਨ, ਤੁਸੀਂ 4th ਪਿਲਰ ਆਫ ਡੈਮੋਕ੍ਰੇਸੀ ਹੈਗੇ। ਪਿਲਰ ਦੀ ਗੱਲ ਕੀਤੀ ਤੇ ਲੋਕ ਇਹ ਵੀ ਕਹਿ ਰਹੇ ਆ ਵਿਰੋਧੀ ਪਾਰਟੀਆਂ ਕਿ ਤਰੁਣਜਨ ਬਾਬਾ ਜਿਹੜੇ ਹੈ ਪਹਿਲਾਂ ਬੀਜੇਪੀ 'ਚ ਸੀਗੇ, ਸੋ ਇੱਕ ਟਾਈਮ ਇਹੋ ਜਿਹਾ ਵੀ ਆਇਆ ਸੀ ਜਿਸ ਦਿਨ ਅਮਿਤ ਸ਼ਾਹ ਜੀ ਲੁਧਿਆਣੇ ਆਏ ਸੀਗੇ, ਤੇ ਇਹੋ ਜਿਹੀਆਂ ਵੀ ਗੱਲਾਂ ਹੋ ਰਹੀਆਂ ਸੀ ਕਿ ਬਸ ਈਵਨ ਸੱਟੇ ਬਾਜ਼ਾਰ 'ਚ ਵੀ ਸੱਟਾ ਲੱਗ ਗਿਆ ਸੀ ਕਹਿਣ ਨੂੰ, ਗੱਲਾਂ 'ਚ ਕਿ ਬਸ ਹੁਣ 10 ਮਿੰਟ ਬਾਅਦ ਖਬਰ ਆਈ ਕਿ ਤਰੁਣਜਨ ਬਾਬਾ ਬੀਜੇਪੀ 'ਚ ਜੁਆਇਨ ਹੋ ਗਿਆ, ਔਰ ਕਹਿੰਦੇ ਮਤਲਬ ਹਾਲਾਤ ਇੱਦਾਂ ਦੇ ਹੋ ਗਏ ਸੀ ਕਿ ਤਰੁਣਜਨ ਬਾਬਾ ਮਿੰਨਤਾਂ ਕਰਦਾ ਪਿਆ ਸੀਗਾ ਕਿ ਅਲੱਗ-ਅਲੱਗ ਬੀਜੇਪੀ ਦੇ ਨੇਤਾਵਾਂ ਨੂੰ ਕਿ ਭਾਈ ਮੈਨੂੰ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਸ਼ਾਮਲ ਕਰਾ ਲਓ, ਮੇਰੀ ਇੱਜ਼ਤ ਬਚ ਜੂਗੀ। ਸੋ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ?
ਦੇਖੋ ਜੀ, ਮੈਂ ਇਸ ਦੇ ਬਾਰੇ ਤਾਂ ਤੁਸੀਂ ਕਹਿੰਦੇ ਜੀ ਵੀ ਮਿੰਨਤਾਂ ਕਰ ਰਹੇ, ਇਹ ਕਰ ਰਹੇ ਇਹ ਲੋਕੀ ਸਰ ਬਾਜ਼ਾਰ 'ਚ ਚਰਚਾਵਾਂ ਸੀ, ਮੈਂ ਨਹੀਂ ਕਹਿ ਰਿਹਾ, ਲੋਕੀ ਤਾਂ ਸੱਟੇ ਤੱਕ ਮੈਨੂੰ ਪਤਾ ਲੱਗ ਗਿਆ ਸੀ ਉਸ ਦਿਨ ਕਿ ਭਾਈ ਤਰੁਣਜਨ ਬਾਵਾ ਬਸ ਇਸ ਤਰੀਕ ਨੂੰ ਜੁਆਇਨ ਕਰੇਗਾ ਹੀ ਕਰੇਗਾ ਬੀਜੇਪੀ 'ਚ। ਅਮਿਤ ਸ਼ਾਹ ਜੀ ਆਏ ਹੋਏ ਹੈ, ਸੋ ਉਹਨਾਂ ਦੇ ਕੋਲ ਉਹਨੇ ਸ਼ਰਤ ਰੱਖੀ ਹੈ ਕਿ ਅਮਿਤ ਸ਼ਾਹ ਵਰਗਾ ਵੱਡਾ ਬੰਦਾ ਆਉਂਦਾ ਸੈਂਟਰ ਦਾ ਲੀਡਰ ਹੈਗਾ ਅਤੇ ਉਹ ਸਰੋਪਾ ਪਾਉਣ 'ਤੇ ਮੈਂ ਤਿਆਰ ਬੈਠਾ। ਉਹ ਤਾਂ ਬੀਜੇਪੀ ਵਾਲੇ ਆ ਲਗੇ ਕਿ ਹੁਣ ਅਸੀਂ ਨਹੀਂ ਲੈਣਾ ਇਹਨੂੰ। ਦੇਖੋ ਇਸ ਤਰ੍ਹਾਂ ਜੀ ਵੀ ਮੈਂ ਪਹਿਲੇ ਦਿਨ ਤੋਂ ਮੇਰਾ ਇੱਕੋ ਹੀ ਸਟੈਂਡ ਰਿਹਾ ਵੀ ਬਦਲਾਵ ਦੀ ਰਾਜਨੀਤੀ ਜੀ, ਪੰਜਾਬ ਦੇ ਵਿੱਚ ਬਦਲਾਵ ਆਉਣਾ ਬਹੁਤ ਜ਼ਰੂਰੀ ਹੈਗਾ ਜੀ, ਔਰ ਉਹ ਬਦਲਾਵ ਦੇ ਵਾਸਤੇ ਬੀਜੇਪੀ ਛੱਡ ਕੇ ਅਗਰ ਕੋਈ ਵੀ ਪਾਰਟੀ ਮੈਨੂੰ ਖਰੀਦੂਗੀ ਨਾ ਤੇ ਮੈਂ ਵਿਕਣ ਨੂੰ ਤਿਆਰ ਹਾਂ ਆਪਣੇ ਪੰਜਾਬ ਵਾਸਤੇ ਜੀ। ਅੱਜ ਕਿਉਂਕਿ ਕੇਂਦਰ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ ਤੇ ਜਿਹੜੇ ਪੰਜਾਬ ਦੇ ਜਿਹੜੇ ਮੂਲਭੂਤ ਜਿਹੜੇ ਮੁੱਦੇ ਜਿਨ੍ਹਾਂ ਪਿੱਛੇ ਸਾਡਾ ਸੰਯੁਕਤ ਸਮਾਜ ਮੋਰਚੇ ਦੀ ਸਾਡੀ ਲੜਾਈ ਅਸੀਂ ਸ਼ੁਰੂ ਕੀਤੀ ਹੈ ਜੀ, ਜਿਹਦੇ ਕਾਰਨ ਸਾਨੂੰ ਸਾਡੇ ਕੈਂਡੀਡੇਟਾਂ ਨੂੰ ਉਤਾਰਨਾ ਪਿਆ। ਉਹਨਾਂ ਵਿੱਚੋਂ ਪਹਿਲਾ ਜਿਹੜਾ ਮੁੱਦਾ ਹੈਗਾ ਉਹ ਹੈਗਾ ਜਿਹੜਾ ਕਰਤਾਰਪੁਰ ਕੋਰੀਡੋਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ। ਜੀ, ਠੀਕ ਹੈ ਜੀ। ਅੱਜ ਸਾਨੂੰ ਸਾਡੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਸਾਨੂੰ ਪਾਸਪੋਰਟ ਜਾਂ ਆਪਣਾ ਕੋਈ ਨਾ ਕੋਈ ਆਈਡੈਂਟੀਟੀ ਦਿਖਾ ਕੇ ਸਾਨੂੰ ਜਾਣਾ ਪੈਂਦਾ ਹੈਗਾ ਵੀ ਉਹ 100 ਕਿੱਲੇ ਦੇ ਕਰੀਬ ਜ਼ਮੀਨ ਹੈਗੀ ਹੈ। ਵੀ ਉਹ ਪਾਕਿਸਤਾਨ ਦੇ ਨਾਲ ਮੋਦੀ ਸਾਹਿਬ ਕਿਉਂ ਨਹੀਂ ਗੱਲ ਕਰਦੇ ਵੀ ਜ਼ਮੀਨ ਦਾ ਤਬਾਦਲਾ ਕਰੇ? 100 ਕਿੱਲਾ ਜ਼ਮੀਨ ਹੈਗੀ ਹੈ, ਉਸ ਦੇ ਨਾਲ ਦੀ ਜ਼ਮੀਨ ਪਾਕਿਸਤਾਨ ਨਾਲ ਤਬਾਦਲਾ ਕਰੇ, ਸਾਨੂੰ ਉਹ ਭਾਰਤ ਦੀ ਭੂਮੀ ਦਾ ਉਹ ਹਿੱਸਾ ਬਣ ਜੇ ਤਾਂ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਫ੍ਰੀਲੀ ਜਾਈਏ। ਅੱਜ ਕਾ ਮੁੱਦਾ ਨੰਬਰ 2 ਦੇ ਉੱਤੇ ਅੱਜ ਦੇਖੋ ਖੁਦ ਨਾ ਖਾਸਾ ਕਿ ਭਾਵਨਾ ਦੇ ਵਿੱਚ ਆ ਕੇ ਮੇਰੇ ਕੋਲੋਂ ਕੋਈ ਮਰਡਰ ਹੋ ਜਾਂਦਾ, ਮੈਨੂੰ ਭਾਰਤੀ ਕਾਨੂੰਨ ਦੇ ਮੁਤਾਬਿਕ ਮੈਨੂੰ 14 ਸਾਲ ਦੀ ਸਜ਼ਾ ਹੋ ਜਾਂਦੀ ਹੈ। ਮੈਂ ਉਹ ਸਜ਼ਾ ਭੁਗਤ ਲਈ ਤੇ ਮੈਨੂੰ ਤੁਸੀਂ ਦੱਸੋ ਵੀ ਉਹ ਸਜ਼ਾ ਭੁਗਤਣ ਤੋਂ ਬਾਅਦ ਕੀ ਅੱਧਾ ਮਿੰਟ ਵੀ ਮੇਰਾ ਜੇਲ੍ਹ ਦੇ ਵਿੱਚ ਰਹਿਣਾ ਜਾਇਜ਼ ਹੈ ਜਾਂ ਨਜਾਇਜ਼ ਹੈ? ਤੇ ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ ਸਿੰਘ ਜਾਂ ਕੋਈ ਵੀ ਬੰਦਾ, ਜ਼ਰੂਰੀ ਨਹੀਂ ਵੀ ਸਿੱਖ ਕਮਿਊਨਿਟੀ ਦੇ, ਵੀ ਕੋਈ ਵੀ ਬੰਦਾ ਜਿਹੜੇ ਸਜ਼ਾ ਕਾਨੂੰਨ ਦੇ ਮੁਤਾਬਿਕ ਉਹਨੇ ਪੂਰੀ ਕਰ ਲਈ, ਜਾਣੇ ਅਣਜਾਣੇ ਉਹਦੇ ਕੋਲੋਂ ਕੋਈ ਕੰਮ ਭਾਵਨਾ ਦੇ ਆਵੇਸ਼ 'ਚ ਆ ਕੇ ਹੋ ਗਿਆ ਤੇ ਉਹ ਬੰਦਿਆਂ ਨੂੰ ਅੱਜ ਵੀ ਜੇਲ੍ਹਾਂ ਤੋਂ ਰਿਹਾਈ ਕਿਉਂ ਨਹੀਂ ਹੋ ਰਹੀ? ਆ ਦੂਸਰਾ ਜਿਸ ਦੇ ਕਾਰਨ ਤੁਸੀਂ ਪਿੱਛੇ ਦੇਖਿਆ ਹੋਣਾ ਵੀ ਅੱਜ ਵੀ 43 ਸਾਲ 79 ਤੋਂ ਜਦੋਂ ਟੈਰਰਿਜ਼ਮ ਦੀ ਲਹਿਰ ਸਟਾਰਟ ਹੋਈ ਸੀ, ਅੱਜ 2022 ਆ ਗਿਆ, ਅੱਜ ਵੀ ਖਾਲਿਸਤਾਨ ਦੇ ਨਾਅਰੇ ਕਿਉਂ ਲੱਗ ਰਹੇ ਆ ਬਈ? ਅੱਜ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਅਕਾਲੀ ਔਰ ਬੀਜੇਪੀ ਨਹੀਂ ਅਕਾਲੀ ਬੀਜੇਪੀ ਔਰ ਕਾਂਗਰਸ ਨੇ ਰਾਜ ਕੀਤਾ ਨਾ, ਤੇ ਇਹਨਾਂ ਨੂੰ ਪੁੱਛੋ ਨਾ ਵੀ ਅੱਜ ਵੀ ਖਾਲਿਸਤਾਨ ਦੇ ਨਾਅਰੇ ਕਿਉਂ ਲੱਗ ਰਹੇ ਆ? ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਕਿਸੇ ਨੂੰ ਤਕਲੀਫ ਹੈ। ਇੱਕ ਜਦੋਂ ਬੰਦੇ ਨੂੰ ਗੁੱਸਾ ਆਇਆ ਹੁੰਦਾ ਨਾ ਤੇ ਉਹ ਨਾਅਰੇ ਮਾਰਦਾ ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਤੇ ਉਹ ਨਾਅਰੇ ਕਿਉਂ ਲੱਗ ਰਹੇ ਆ? ਇਹਦਾ ਮਤਲਬ ਦੇयर इज़ अ प्रॉब्लम। ਜੇ ਪ੍ਰੋਬਲਮ ਹੈ ਉਹਦਾ ਸੋਲੂਸ਼ਨ ਕਰੋ। ਨਾਅਰੇ ਇਸ ਕਰਕੇ ਲੱਗ ਰਹੇ ਕਿਉਂਕਿ ਇਹਨਾਂ ਨੇ ਪਾਰਟੀਆਂ ਨੇ ਇਹਦਾ ਸੋਲੂਸ਼ਨ ਕਰਨ ਦਾ ਪ੍ਰਯਾਸ ਨਹੀਂ ਕੀਤਾ। ਹੁਣ ਦੇਖੋ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਠੀਕ ਹੈ ਜੀ। ਉਸ ਤੋਂ ਬਾਅਦ ਕਰਤਾਰਪੁਰ ਦੇ ਵਿੱਚ ਲਾਠੀਚਾਰਜ ਹੋਇਆ ਪੁਲਿਸ ਦਾ ਨਿਹੱਥੇ ਲੋਕਾਂ ਦੇ ਉੱਪਰ, ਔਰ ਉਸ ਤੋਂ ਬਾਅਦ ਬਹਿਬਲ ਕਲਾਂ ਜਿਹੜੀ ਗੋਲੀकांड ਹੋਇਆ, ਜਿਹੜਾ ਪੁਲਿਸ ਨੇ ਸਰਿਆਮ ਉੱਥੇ ਦੋ ਨੌਜਵਾਨ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਅੱਜ ਤੱਕ ਉਹਦਾ ਇਨਸਾਫ ਹੋਇਆ ਤੇ ਉਹ ਜਿਨ੍ਹਾਂ ਦੇ ਪੇਰੈਂਟਸ, ਕਿਸ ਦਾ ਫਾਦਰ ਮਰਿਆ ਹੈ ਤੇ ਕਿਸ ਦਾ ਬੇਟਾ ਮਰਿਆ ਹੈ, ਕਿਸ ਦਾ ਹਸਬੈਂਡ ਉੱਥੇ ਜਿਹਦੀ ਡੈਥ ਹੋਈ, ਉਹ ਫੈਮਿਲੀ ਨੂੰ ਜਾ ਕੇ ਪੁੱਛੋ ਨਾ ਜੀ, ਅੱਜ ਤੱਕ ਉਹਨਾਂ ਨੂੰ ਇਨਸਾਫ ਕਿਉਂ ਨਹੀਂ ਮਿਲਿਆ? ਸੋ ਅੱਜ ਤੱਕ ਸਾਡੇ ਬੱਚੇ ਇੱਥੋਂ ਦੀ ਛੱਡ ਕੇ ਇੰਪਲੋਏਬਿਲਿਟੀ ਨਾ ਹੋਣ ਦੇ ਕਾਰਨ ਸਾਡਾ ਪੰਜਾਬ ਛੱਡ ਕੇ ਜਾ ਰਹੇ, ਆਪਣਾ ਦੇਸ਼ ਛੱਡ ਕੇ ਜਾ ਰਹੇ ਨੇ। ਕਿਉਂ ਬਈ? ਸੋ ਇੱਥੇ ਇੰਡਸਟਰੀਅਲ ਰੈਵੋਲੂਸ਼ਨ ਦੀ ਜ਼ਰੂਰਤ ਹੈ ਤਾਂ ਕਿ ਇੱਥੇ ਇੰਪਲੋਏਬਿਲਿਟੀ ਜਨਰੇਟ ਹੋਵੇ। ਇੱਥੇ ਇਨਸਾਫ ਦਾ ਕੋਈ ਲਾਅ ਐਂਡ ਆਰਡਰ ਨਹੀਂ ਹੈਗਾ। ਸਾਡੇ ਗੁਰੂ ਗ੍ਰੰਥ ਸਾਹਿਬ ਜੋ ਸਾਡੀ ਜਾਨ ਹੈ, ਸਾਡੇ ਪ੍ਰਾਣ ਨੇ, ਤੇ ਉਹਨਾਂ ਦਾ ਇਨਸਾਫ ਨਹੀਂ ਹੋਇਆ ਤਾਂ ਆਮ ਬੰਦੇ ਨੂੰ ਕੀ ਇਨਸਾਫ ਮਿਲਣਾ ਹੈ? ਇਸ ਕਾਰਨ ਸਾਡੀ ਜਿਹੜੀ ਪੋਲਿਟਿਕਸ ਹੈ, ਸਾਡੀ ਪੋਲਿਟਿਕਸ ਹੈਗੀ ਇੱਕ ਬਦਲਾਵ ਦੀ। ਸੋ ਕੱਲ੍ਹ ਨੂੰ ਇੱਦਾਂ ਦੀਆਂ ਗੱਲਾਂ ਪੋਸੀਬਲ ਹੈਗੀਆਂ ਕਿ ਤੁਸੀਂ ਵਾਪਸ ਬੀਜੇਪੀ 'ਚ ਜਾਂ ਕਿਸੇ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ? ਸੰਦੀਪ ਜੀ, ਦਿਲ ਦਿਆ ਹੈ ਜਾਨ ਵੀ ਦੇਂਗੇ ਐ ਵਤਨ ਤੇਰੇ ਲਈ। ਬੀਜੇਪੀ ਛੱਡ ਕੇ ਅਗਰ ਆ ਸਾਰੇ ਮੁੱਦੇ ਜਿਹੜੇ ਪੰਜਾਬ ਦੀ ਖੁਸ਼ਹਾਲੀ ਦੇ ਵਾਸਤੇ, ਬਾਬਾ ਜੈਨ ਦਾ ਕਤਰਾ ਖੂਨ ਦਾ ਬਹਿਣ ਨੂੰ ਤਿਆਰ ਹੈ, ਕਤਰਾ ਵਿਕਣ ਨੂੰ ਤਿਆਰ ਹੈ। ਮੇਰਾ ਪੰਜਾਬ, ਮੇਰਾ ਦੇਸ਼ ਦੀ ਤਰੱਕੀ ਵਾਸਤੇ ਮੇਰੀ ਕੀ ਔਕਾਤ ਹੈ? ਮੈਨੂੰ ਜਿਹੜੀ ਮਰਜ਼ੀ ਪਾਰਟੀ ਖਰੀਦ ਲੇ। ਜਿਹੜੇ ਸਾਡੇ ਬੇਸਿਕ ਮੁੱਦੇ ਹੈ, ਸਾਡੇ ਪੰਜਾਬ ਨੂੰ ਖੁਸ਼ਹਾਲ ਬਣਾਓ ਨਾ, ਇਹਨੂੰ ਪੰਜਾਬ ਨੂੰ ਕੈਨੇਡਾ ਔਰ ਅਮਰੀਕਾ ਤੋਂ ਵਧੀਆ ਬਣਾਓ ਤਾਂ ਕਿ ਮੇਰੇ ਬੱਚੇ ਇੱਥੇ ਹੀ ਰਹਿਣ, ਕੋਈ ਬੱਚਾ ਬਾਹਰ ਜਾਣ ਦੀ ਗੱਲ ਹੀ ਨਾ ਕਰੇ, ਇੱਥੇ ਖਾਲਿਸਤਾਨ ਦੇ ਨਾਅਰੇ ਨਾ ਲੱਗਣ, ਅਸੀਂ ਆਪਣੇ ਗੁਰੂਆਂ ਦੇ ਕੋਲ ਫ੍ਰੀਲੀ ਹੋ ਕੇ ਅਸੀਂ ਦਰਸ਼ਨ ਕਰ ਸਕੀਏ। ਸਾਡੇ ਪੰਜਾਬ ਦੀ ਧਰਤੀ ਜਿਹੜੀ ਐਡੀ ਜ਼ਹਿਰੀਲੀ ਹੋ ਗਈ ਹੈ, ਉਹ ਸਾਡੀ ਆਪਣਾ ਇੱਥੇ ਜਿਹੜੀਆਂ 5 ਪੋਜ਼ਿਟਿਵ ਗ੍ਰੇਨਸ ਹੈਗੇ ਆ, ਇੱਥੇ ਆਰਗੈਨਿਕ ਖੇਤੀ ਸਟਾਰਟ ਹੋਵੇ ਤੇ ਇੱਥੇ ਇਨਫਰਾਸਟ੍ਰਕਚਰ ਵਧੀਆ ਹੋਵੇ ਤੇ ਬਾਬਾ ਜਾਨ ਵਿਕਣ ਨੂੰ ਤਿਆਰ ਹੈ, ਨੋ ਪ੍ਰੋਬਲਮ।
ਜਿਹੜੀ ਮਰਜ਼ੀ ਪਾਰਟੀ ਖਰੀਦ ਲੈ। ਅੱਜ ਨਰਿੰਦਰ ਮੋਦੀ ਜੀ ਮੈਨੂੰ ਕਹਿਣ ਵੀ ਮੈਂ ਕਿਹਾ ਜੀ ਆਹ ਸਾਡੀਆਂ 8-9 ਸਾਡੀਆਂ ਮੰਗਾਂ ਹੈਗੀਆਂ, ਆਹ ਸਾਡੀਆਂ ਮੰਗਾਂ ਪੂਰੀਆਂ ਕਰ ਦਿਓ, ਓਕੇ ਬੀਜੇਪੀ ਛੱਡ ਕੇ ਮੈਨੂੰ ਜੋ ਮਰਜ਼ੀ ਜੁਆਇਨ ਕਰਾ ਦਿਓ, ਚਾਹੇ ਮੈਨੂੰ ਕਾਂਗਰਸ ਜੁਆਇਨ ਕਰਾ ਦਿਓ, ਚਾਹੇ ਅਕਾਲੀ ਦਲ ਜੁਆਇਨ ਕਰਾ ਦਿਓ। ਮਸਲਾ ਹੱਲ ਹੋਣਾ ਚਾਹੀਦਾ ਹੈ, ਮਸਲਾ ਵੱਡਾ ਹੈ, ਬਾਬਾ ਜਨ ਕੋਈ ਵੱਡਾ ਨਹੀਂ, ਦੇਸ਼ ਦਾ ਕੋਈ ਨਾਗਰਿਕ ਵੱਡਾ ਨਹੀਂ, ਦੇਸ਼ ਵੱਡਾ ਹੁੰਦਾ ਜੀ। ਇਸ ਕਰਕੇ ਆਪਾਂ ਆਪਣੇ ਦੇਸ਼ ਵਾਸਤੇ ਮਰ ਮਿਟਣ ਨੂੰ ਤਿਆਰ ਹੈ। ਮੇਰੇ ਆਪਣਾ ਪੰਜਾਬ ਖੁਸ਼ਹਾਲ ਹੋਵੇ, ਮੇਰੇ ਲੁਧਿਆਣੇ ਦਾ ਵਪਾਰ ਗਰੋ ਹੋਵੇ। ਆ ਸਾਨੂੰ ਇਨਕਮ ਟੈਕਸ ਔਰ GST ਦੇ ਚੱਕਰਾਂ 'ਚ ਫਸਾਇਆ ਦਾ ਹੈਗਾ ਵੀ ਸਿੰਪਲਿਸਿਟੀ ਹੋਵੇ ਨਾ, ਬੈਂਕ ਟ੍ਰਾਂਜੈਕਸ਼ਨ ਟੈਕਸ ਲੈ ਕੇ ਆਉਣ ਮੋਦੀ ਜੀ, ਤੇ ਸਾਰੀ ਇੰਡਸਟਰੀ ਕਿੰਨੀ ਖੁਸ਼ ਹੋਊਗੀ। ਅਸੀਂ ਹਰ ਮਹੀਨੇ ਉਹ GST ਦੀ ਰਿਟਰਨ ਭਰ ਰਹੇ ਹਾਂ ਯਾਰ, 3 ਮਹੀਨੇ ਬਾਅਦ ਅਸੀਂ ਇਨਕਮ ਟੈਕਸ ਦੀ ਰਿਟਰਨ ਭਰ ਰਹੇ ਹਾਂ, ਟੈਕਸ ਤੇ ਆਹ ਸਿੰਪਲੀਫਿਕੇਸ਼ਨ ਹੋਣੀ ਚਾਹੀਦੀ ਹੈਗੀ ਹੈ। ਸਾਡੇ ਮੁੱਦੇ ਸਾਰੇ ਲਿਖੇ ਹੋਏ ਨੇ, ਮੈਂ ਉੱਥੇ ਦੇ ਕੇ ਵੀ ਆਇਆ ਅਮਿਤ ਸ਼ਾਹ ਜੀ ਨੂੰ। ਇਹਨਾਂ ਨੇ ਲਾਸਟ ਸੰਡੇ ਇਹਨਾਂ ਨੇ ਮੇਰੇ ਕੋਲ ਘਰ ਚਾਹ ਪੀਣ ਵਾਸਤੇ ਆਉਣਾ ਚਾਹੁੰਦੇ ਸੀ ਅਮਿਤ ਸ਼ਾਹ ਜੀ। ਮੈਂ ਕਿਹਾ ਜੀ ਚਾਹ ਵਗੈਰਾ ਅਸੀਂ ਬਾਅਦ 'ਚ ਪੀਵਾਂਗੇ, ਪਰ ਪਹਿਲੇ ਮੁੱਦੇ ਤੁਸੀਂ ਅਨਾਉਂਸ ਕਰ ਦਿਓ ਬਈ ਆਹ ਮੁੱਦੇ ਹੁਣ ਹੀ ਦੇਖੋ। ਅਸੀਂ ਇੱਕ ਮੁੱਦਾ ਦੇ ਕੇ ਆਏ ਸੀਗੇ ਬਈ ਬਾਰਡਰ ਸਟੇਟ ਆਪਣਾ ਵੀ ਪਾਕਿਸਤਾਨ ਅਫਗਾਨਿਸਤਾਨ ਦਾ ਸਾਡਾ ਪੰਜਾਬ ਦਾ ਵਪਾਰ ਖੁੱਲ੍ਹੇ, ਤੇ ਉਹ ਹੁਣ ਇਹਨਾਂ ਨੇ ਪਾਰਟ ਟਾਈਮ, ਇਹਨਾਂ ਨੇ ਕੱਲ੍ਹ ਹੀ ਮੇਰਾ ਨਿਊਜ਼ ਮੈਂ ਸੁਣੀ ਹੈਗੀ ਹੈ ਵੀ ਇਹਨਾਂ ਨੇ ਉਹ ਵਪਾਰ ਖੋਲ੍ਹ ਦਿੱਤਾ। 26 ਦਸੰਬਰ ਨੂੰ ਜਿਹੜੇ ਆਪਣਾ ਸਾਡੇ ਬਾਲ ਦਿਵਸ ਦੇ ਰੂਪ ਦੇ ਵਿੱਚ ਉਹ ਵੀ ਇਹਨਾਂ ਨੇ ਅਨਾਉਂਸ ਕਰ ਦਿੱਤਾ। ਉਹ ਵੀ ਸਾਡਾ ਮੁੱਦਾ ਸੀਗਾ ਵੀ ਇਹ ਸਾਡੀਆਂ ਪਿਆਰੀਆਂ ਸਾਡੀਆਂ ਭਾਵਨਾਤਮਕ ਮੰਗਾਂ ਤੇ ਉਹ ਪੂਰੀਆਂ ਕਰ ਦੇਣ, ਤੇ ਬਾਬਾ ਜੈਨ ਤਾਂ ਵਿਕਣ ਨੂੰ ਤਿਆਰ ਹੈ ਦੇਸ਼ ਵਾਸਤੇ, ਪੰਜਾਬ ਵਾਸਤੇ। ਸਿੱਧੀ ਜੀ ਗੱਲ ਹੈ, ਅੰਦਰੋਂ ਸੈਟਿੰਗ ਚੱਲ ਰਹੀ ਹੈ, ਗੱਲਬਾਤ ਹੋ ਰਹੀ ਹੈ, ਕਿਸੇ ਵੀ ਟਾਈਮ ਹੋ ਸਕਦੀ ਹੈ। ਦੇਖੋ ਜੀ ਮੇਰੀ ਸੈਟਿੰਗ ਪਹਿਲੇ ਤਾਂ ਹੈਗੀ ਮੇਰੇ ਗੁਰੂ ਮਹਾਰਾਜ ਨਾਲ, ਦੂਸਰੀ ਮੇਰੀ ਸੈਟਿੰਗ ਹੈਗੀ ਹੈ ਜਿਹਦੀ ਮੈਂ ਉਪਾਸਨਾ ਕਰਦਾ ਮੇਰੀ ਭਗਤੀ ਮਾਂ ਸ਼ੇਰਾਂ ਵਾਲੀ ਜਗਦੰਬਾ, ਔਰ ਤੀਸਰੀ ਮੇਰੀ ਸੈਟਿੰਗ ਹੈਗੀ ਜੀ ਮੇਰੇ ਭਾਰਤ ਦੇਸ਼ ਦੇ ਨਾਲ ਔਰ ਮੇਰੇ ਪੰਜਾਬ ਨਾਲ, ਮੇਰੇ ਲੁਧਿਆਣੇ ਨਾਲ, ਔਰ ਫਿਰ ਅਖੀਰ 'ਚ ਸੈਟਿੰਗ ਹੈਗੀ ਮੇਰੀ ਤੁਹਾਡੇ ਨਾਲ। ਸੋ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੇ ਹੁਣ ਤੁਹਾਡੀਆਂ ਮੰਗਾਂ ਮੰਨ ਲੈਂਦੇ ਆ ਸਾਰੇ, BJP ਵਾਲਾ ਜਾਂ ABCD ਕੋਈ ਵੀ ਕੰਪਨੀ ਵਾਲੇ ਜਿਹੜੀ ਮੰਨ ਲੈਂਦੇ ਆ, ਉਹ ਫਿਰ ਉਸ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਆਰਾਮ ਨਾਲ ਬੈਠ ਜਾਏਗਾ। ਕੋਈ ਕਾਉਂਸਲਰ ਦੇ ਇਲੈਕਸ਼ਨ ਨਹੀਂ ਲੜੇ ਜਾਣਗੇ, ਕੋਈ ਜਿਹੜੇ ਨਾਮ ਤੁਸੀਂ ਵੱਡਿਆਂ ਦੇ ਲੈ ਤੇ ਕਿ ਲਓ ਜੀ ਅਸੀਂ MP ਇਹਨਾਂ ਨੂੰ ਖੜਾ ਕਰ ਰਹੇ ਹਾਂ, ਉਹ ਕੁਝ ਨਹੀਂ ਹੋਇਆ। ਦੇਖੋ ਜੀ ਮੈਨੂੰ ਸੰਯੁਕਤ ਸਮਾਜ ਮੋਰਚੇ ਦਾ, ਦੇਖੋ ਮੈਂ ਪਹਿਲੇ ਦਿਨ ਤੋਂ ਤੁਹਾਨੂੰ ਕਹਿ ਰਿਹਾ ਮੈਂ ਆਪਣੇ ਕਰਮਾਂ ਦਾ ਉੱਤਰਦਾਈ ਹਾਂ। ਅਗਰ ਆਹ ਮੰਗਾਂ ਸਾਡੀਆਂ ਔਰ ਆਹ ਸਾਰਾ ਕੁਝ ਪੰਜਾਬ ਵਾਸਤੇ ਜੋ ਮੇਰੀਆਂ ਮਨ ਦੀਆਂ ਭਾਵਨਾਵਾਂ, ਜੋ ਮੇਰਾ ਵਿਜ਼ਨ ਹੈ, ਅਗਰ ਸਾਰਾ ਕੁਝ ਆਹ ਕੋਈ ਵੀ ਗਵਰਨਮੈਂਟ ਕਰ ਦਿੰਦੀ ਹੈਗੀ ਹੈ ਤੇ ਸਾਡੇ ਵਰਗੇ ਇੱਕ ਮਿਡਲ ਕਲਾਸ ਵਪਾਰੀ ਨੂੰ ਆ ਪੰਗਾ ਲੈਣ ਦੀ ਲੋੜ ਕੀ ਹੈ? ਅਸੀਂ ਟਿਕ ਕੇ ਆਪਣਾ ਕਾਰੋਬਾਰ ਕਰੀਏ। ਤੇ ਮੈਨੂੰ ਕੋਈ ਇਲੈਕਸ਼ਨ ਮੈਂ ਨਹੀਂ ਕਦੀ ਫਿਊਚਰ 'ਚ ਨਾ ਲੜਾਂਗਾ, ਪਰ ਪਰ ਬਸ ਬੁਸ ਨਹੀਂ ਜੀ ਹੁੰਦੀ। ਜਦ ਤੱਕ ਜਾਨ 'ਚ ਜਾਨ ਹੈਗੀ ਨਾ, ਬਸ ਬੁਸ ਵਾਲੀ ਗੱਲ ਨਾ ਕਰੋ। ਅਸੀਂ ਟਰੱਕ ਹੈ, ਅਸੀਂ ਬੁਲਡੋਜ਼ਰ ਹੈ, ਬੱਸ ਨਹੀਂ ਹੈਗੇ, ਔਰ ਨਾ ਹੀ ਪੰਜਾਬ ਰੋਡਵੇਜ਼ ਦੀ ਬੱਸ ਹੈ। ਬੱਸ ਵਾਲਾ ਲਫ਼ਜ਼ ਨਾ ਵਰਤੋ, ਅਸੀਂ ਤਾਂ ਹੈਲੀਕਾਪਟਰ ਹੈ। ਵਿਰੋਧੀ ਤਾਂ ਕਹਿ ਰਿਹਾ ਕਿ ਅੰਦਰੋਂ ਧੱਕੜਾਂ ਲੱਗੀਆਂ ਹੋਈਆਂ ਕਿ ਹੁਣ ਪਤਾ ਜਿੱਤਦੇ ਤਾਂ ਪਏ ਨਹੀਂ, ਹੁਣ ਕਿਹੜੇ ਮੂੰਹੋਂ ਕਰਾਂਗੇ, ਕਿਉਂਕਿ ਸਰਕਾਰਾਂ ਉਹਨਾਂ ਦੀ ਆ ਜਾਣੀਆਂ, ਵਪਾਰੀਆਂ ਨੂੰ ਹੱਥ ਪੈਰਾਂ ਦੀ ਪਈਆਂ ਕਿ ਯਾਰ ਹੁਣ ਕਿਹੜਾ ਪੰਗਾ ਲੈ ਲਿਆ, ਹੁਣ 5 ਸਾਲ ਇਹਨਾਂ ਦੀ ਸਰਕਾਰਾਂ ਰਹਿਣੀ ਹੈ, 10 ਤਰ੍ਹਾਂ ਦੇ ਸਰਕਾਰੀ ਕੰਮ ਹੁੰਦੇ ਆ, ਹੋਰ ਹੱਥਕੰਡੇ ਹੁੰਦੇ ਆ, ਕਿਤੇ ਨਾ ਕਿਤੇ ਦਿੱਕਤਾਂ ਆ ਜੂਗੀਆਂ। ਸੰਜੀਵ ਜੀ, ਜਿਨ੍ਹਾਂ ਛੱਡੀਆਂ ਤੇਰੇ ਤੇ ਮਾਈ ਡੋਰਾਂ ਉਹ ਤੇ ਕਦੇ ਡੋਲਦੇ ਨਹੀਂ। ਅਸੀਂ ਨਾ ਸ਼ੇਰਾਂ ਵਾਲੀ ਜਗਦੰਬਾ ਦਾ ਮੈਂ ਉਪਾਸਕ ਹਾਂ, ਉਸ ਦਾ ਮੈਂ ਬੱਚਾ ਹੈ, ਤੇ ਮਾਂ ਮੇਰੀ ਸਿੰਘ ਸਵਾਰੀ ਹੈ, ਤੇ ਨਾ ਕੋਈ ਮਨ 'ਚ ਡਰ, ਨਾ ਕੋਈ ਭਏ, ਤੇ ਨਾ ਕੋਈ ਸੰਸ਼ੇ, ਤੇ ਨਾ ਕੋਈ ਡਾਊਟ। ਜਦ ਤੱਕ ਜਾਨ 'ਚ ਜਾਨ ਹੈ, ਪੰਜਾਬ ਦੇ ਵਾਸਤੇ, ਆਪਣੇ ਦੇਸ਼ ਦੀ ਤਰੱਕੀ ਵਾਸਤੇ ਮੈਂ ਲੜਦਾ ਰਹੂੰਗਾ। ਅਗਰ ਕੋਈ ਗਵਰਨਮੈਂਟ ਸਾਡੇ ਮਸਲੇ ਹੱਲ ਕਰ ਦਿੰਦੀ ਹੈ ਕਿ ਫਿਰ ਸਾਨੂੰ ਲੜਨ ਦੀ ਲੋੜ ਕੀ? ਅੱਜ ਮੈਨੂੰ ਮੈਂ ਕੋਈ ਲੜਾਈ ਏਜੰਡਿਆਂ ਲਈ ਹੈ, ਮੰਗਾਂ ਲਈ ਹੈ, ਜੇ ਉਹ ਸੌਲਟ ਆਊਟ ਹੋ ਜਾਂਦੇ ਤੇ ਜ਼ਰੂਰੀ ਫਿਰ ਕੋਈ ਸਾਡੀ ਲੜਾਈ ਨਹੀਂ। ਨੋ, ਫਿਰ ਸਾਡੀ ਕੋਈ ਲੜਾਈ ਨਹੀਂ, ਫਿਰ ਮੈਂ ਵੀ ਟਿਕ ਕੇ ਆਪਣਾ ਕਾਰੋਬਾਰ ਕਰਾਂਗਾ ਜੀ। ਪਰ ਜੇ ਮੇਰੇ ਕਾਰੋਬਾਰ ਦੇ ਉੱਤੇ ਸਾਡੇ ਤਾਂ ਕਹਿੰਦੇ ਜਿਹੜੇ ਆ ਰਾਜਨੀਤੀ ਵੀ ਹੈ, ਹੁਣ ਤਾਂ ਤੁਸੀਂ ਵੀ ਚੱਕ ਲਈ, ਕਹਿੰਦੇ ਇਸ ਤੋਂ ਵਧੀਆ ਕਾਰੋਬਾਰ ਹੀ ਕੋਈ ਨਹੀਂ, ਬੜੇ ਨੋਟ ਬੰਦੇ। ਪਤਾ ਨਹੀਂ ਜੀ, ਤੁਸੀਂ ਆ ਜਾਓ, ਜੇ ਤੁਹਾਨੂੰ ਅੱਛਾ ਲੱਗਦਾ, ਤੁਹਾਨੂੰ ਅੱਛਾ ਬਿਜ਼ਨਸ ਛੱਡਦਾ, ਤੁਸੀਂ ਚੈਨਲ ਛੱਡੋ ਤੇ ਯੂ ਕਮ ਇਨ ਪੋਲਿਟਿਕਸ, ਤੁਸੀਂ ਵੀ ਲੜ ਲਓ ਕੌਂਸਲਰ ਇਲੈਕਸ਼ਨ। ਮੈਂ ਆਪਣੀ ਭਾਰਤੀ ਆਰਥਿਕ ਪਾਰਟੀ ਵੱਲੋਂ ਤੁਹਾਨੂੰ ਅੱਜ ਹੀ ਟਿਕਟ ਅਨਾਉਂਸ ਕਰ ਦਿੰਦਾ। ਆ ਜਾਓ। ਮੇਰ ਜਿਸਕਾ ਕੰਮ ਉਸੀ ਕੋ ਸਾਜੇ, ਦੂਜਾ ਕਰੇ ਤਾਂ ਕਹਾਵਤ ਹੈਗੀ ਹੈ। ਸੋ ਮੈਨੂੰ ਤਾਂ ਇੱਧਰ ਹੀ ਠੀਕ ਹੈ ਜੀ। ਮਾਈ ਡੀਅਰ, ਮੈਂ ਵੀ ਮੇਰਾ ਇੱਕ ਮੈਨੂਫੈਕਚਰਰ ਹੈਗਾ, ਤੁਸੀਂ ਬਣ ਚੁੱਕੇ ਹੋ ਨਾ, ਬਣ ਕੀ ਚੁੱਕੇ ਜੀ। ਜਦੋਂ ਸਾਡੇ ਮੁੱਦੇ ਸੋਲਵ ਹੋ ਜਾਣਗੇ, ਇਨਕਮ ਟੈਕਸ, GST ਆ ਜਿਹੜੇ ਵੀ ਮੁੱਦੇ ਤੁਹਾਨੂੰ ਗਿਣਤੀ ਕਰਾਏ ਨੇ, ਆ ਸਾਰੇ ਸੋਲਵ ਹੋ ਜਾਣਗੇ, ਤੇ ਅਸੀਂ ਵੀ ਦੁਆਰ ਤੇ ਫਿਰ ਆਪਣੇ ਕਾਰਖਾਨੇ ਵਿੱਚ ਚਲੇ ਜਾਵਾਂਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਦੋਸਤੋ, ਇਹ ਸੀਗੇ ਤਰੁਣਜਨ ਬਾਬਾ ਜੀ, ਜਿਹੜੇ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਜਿਨ੍ਹਾਂ ਨੇ ਇੱਕ ਅਲੱਗ ਤਰ੍ਹਾਂ ਦੀ ਜਾਗ੍ਰਿਤੀ ਲਿਆਂਦੀ ਹੈ ਦੇਸ਼ ਦੇ ਵਿੱਚ, ਖਾਸ ਕਰਕੇ ਕਿਉਂਕਿ ਜੇ ਮੈਂ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਚਾਹੇ ਇਲੈਕਸ਼ਨ ਹੈ ਲੁਧਿਆਣਾ ਵੈਸਟ ਤੋਂ ਲੜ ਰਹੇ ਸੀ, ਪਰ ਇਹਨਾਂ ਦੇ ਜਿਹੜੇ ਏਜੰਡੇ ਸੀਗੇ, ਜਿਹੜੇ ਇਹਨਾਂ ਦੀ ਮੰਗਾਂ ਸੀਗੀਆਂ, ਔਰ ਜਿਸ ਚੀਜ਼ਾਂ ਲਈ ਇਹ ਲੜਾਈ ਲੜ ਰਹੇ ਸੀ, ਉਸ ਕਰਕੇ ਪੂਰੇ ਲੁਧਿਆਣਾ ਵਾਸੀਆਂ ਦੇ ਵਿੱਚ ਇਹਨਾਂ ਦੇ ਨਾਮ ਦੀ ਚਰਚਾਵਾਂ ਸੀ ਕਿ ਇੱਦਾਂ ਦਾ ਕੋਈ ਵਪਾਰੀ ਇਲੈਕਸ਼ਨ ਲੜ ਰਿਹਾ ਹੈ ਇੱਕ ਅਲੱਗ ਮੋਟਿਵ ਨੂੰ ਲੈ ਕੇ, ਅਲੱਗ ਮੁੱਦਿਆਂ ਨੂੰ ਲੈ ਕੇ। ਸੋ
ਉਹ ਜਾਗ੍ਰਿਤੀ ਤਾਂ ਅਸੀਂ ਵੀ ਮੰਨਦੇ ਹਾਂ ਕਿ ਜ਼ਰੂਰ ਲਿਆਉਣ 'ਚ ਕਾਮਯਾਬ ਹੋਇਆ। ਪਰ ਬਾਕੀ ਜਿਹੜੇ ਸਵਾਲ ਸੀਗੇ ਜੋ ਇਹਨਾਂ ਦੇ ਬਾਰੇ ਬਾਜ਼ਾਰ 'ਚ ਚਰਚਾਵਾਂ ਸੀ, ਅਸੀਂ ਇਹਨਾਂ ਤੱਕ ਜ਼ਰੂਰ ਪੁੱਛੀਆਂ। ਇੱਦਾਂ ਹੀ ਵੱਖ-ਵੱਖ ਸਮੇਂ 'ਤੇ ਵੀ ਇਹਨਾਂ ਤੋਂ ਰੂਬਰੂ ਹੋ ਕੇ ਸਵਾਲਾਂ ਦੇ ਜਵਾਬ ਲੈਂਦੇ ਰਵਾਂਗੇ ਤੇ ਜਨਤਾ ਦੇ ਸਾਹਮਣੇ ਪੇਸ਼ ਕਰਦੇ ਰਵਾਂਗੇ, ਕਿਉਂਕਿ ਅਸੀਂ ਇਹ ਜਨ ਹਿਤੈਸ਼ੀ, ਸੋ ਜਨਤਾ ਦੇ ਹੱਕ 'ਚ ਕਰਾਂਗੇ, ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।